गुड आफ्टरनून ऑल। ਵੈਲਕਮ ਟੂ ਬਾਲਾਜੀ ਐਜੂਕੇਸ਼ਨ ਪੁਆਇੰਟ। ਜਿਸ ਤਰ੍ਹਾਂ ਤੁਹਾਨੂੰ ਸਭ ਨੂੰ ਪਤਾ ਹੈ, ਬਾਲਾਜੀ ਐਜੂਕੇਸ਼ਨ ਪੁਆਇੰਟ ਤੇ ਕਰਨੀ ਤੋਂ ਕਮਰਸ ਦੀ ਬੇਸ ਤੇ ਜੋ ਸਕੂਲ ਬੇਸ ਤੇ ਜੋ ਲੈਕਚਰਰ ਦੀ ਪੋਸਟ ਨਿਕਲੀ ਸੀ, ਉਹ ਆਊਟ ਅਨਾਉਂਸਮੈਂਟ ਕੀਤੀ ਗਈ ਸੀ। ਉਸ ਦੇ ਬੇਸ ਤੇ ਬਾਲਾਜੀ ਐਜੂਕੇਸ਼ਨ ਪੁਆਇੰਟ ਨੇ ਕੁਝ ਟੈਸਟ ਸੀਰੀਜ਼ ਸਟਾਰਟ ਕੀਤੀ ਸੀ, ਜਿਹਦੇ ਵਿੱਚ ਆਲਰੇਡੀ ਤੁਸੀਂ ਮੇਰੀ ਫਸਟ ਵੀਡੀਓ ਜੋ ਬੇਸਿਕ ਕਾਊਂਟਿੰਗ ਤੇ ਸੀ ਆਲਰੇਡੀ ਉਹ ਦੇਖ ਲਿੱਤੀ ਹੋਏਗੀ। ਅੱਜ ਉਸੇ ਚੀਜ਼ਾਂ ਨੂੰ ਲੈ ਕੇ ਬੇਸਿਕ ਕਾਊਂਟਿੰਗ ਦੇ ਬੇਸ ਤੇ ਸਾਡੀ ਸੈਕਿੰਡ ਕਲਾਸ ਸੈਕਿੰਡ ਵੀਡੀਓ ਅਪਲੋਡ ਹੋਣ ਜਾ ਰਹੀ ਹੈ। ਠੀਕ ਹੈ, ਜਿਸ ਬੇਸ ਤੇ ਤੁਹਾਨੂੰ ਸਿਰਫ ਦੱਸਿਆ ਗਿਆ ਕਿ ਬੇਸਿਕ ਕਾਊਂਟਿੰਗ ਦੀ ਨੌਲੇਜ ਦਿੱਤੀ ਗਈ ਹੈ ਕਿ ਅਕਾਊਂਟ ਦਾ ਸਟਾਰਟ ਕਿੱਥੋਂ ਕੀਤਾ ਗਿਆ ਸੀ, ਕਿਵੇਂ ਕੀਤਾ ਗਿਆ ਸੀ। ਇਹਦਾ ਕੱਲ ਥਰਡ ਲੈਕਚਰ ਹੋਗਾ ਜੋ ਪਾਰਟਨਰਸ਼ਿਪ ਬੇਸ ਤੇ ਹੋਏਗਾ। ਠੀਕ ਹੈ, ਉਸ ਦੇ ਵੀ ਇਕੱਲੀ ਟੈਸਟ ਸੀਰੀਜ਼ ਹੀ ਨੇ। ਠੀਕ ਹੈ, ਨੀਚੇ ਇਸ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ YouTube ਚੈਨਲ ਦੇ ਕਰਨੀ ਤੋਂ ਸਾਡੇ ਬਾਲਾਜੀ ਐਜੂਕੇਸ਼ਨ ਪੁਆਇੰਟ ਕਰਨੀ ਤੋਂ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ WhatsApp ਗਰੁੱਪ ਬਣਿਆ ਹੋਇਆ ਕਮਰਸ ਵਾਲੇ ਸਟੂਡੈਂਟਸ ਦਾ। ਠੀਕ ਹੈ, ਉਹ ਉਸ ਕਮਰਸ ਵਾਲੇ ਗਰੁੱਪ ਨੂੰ ਜੁਆਇਨ ਕਰਕੇ ਅਗਰ ਕੋਈ ਵੀ ਡਾਊਟ ਹੈ ਜਾਂ ਕੁਝ ਵੀ ਕਲੀਅਰੈਂਸ ਲੈਣਾ ਚਾਹੁੰਦੇ ਨੇ, ਠੀਕ ਹੈ, ਕੋਈ ਵੀ ਕਲੈਰੀਫਿਕੇਸ਼ਨ ਲੈਣਾ ਚਾਹੁੰਦੇ ਨੇ ਤਾਂ ਉਹ ਪੁੱਛ ਸਕਦਾ ਹੈ। ਇਸ ਦੇ ਬੇਸ ਤੇ ਟੈਲੀਗ੍ਰਾਮ ਗਰੁੱਪ ਵੀ ਬਣਿਆ ਹੋਇਆ, ਉਹ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਤਾਂ ਕਿ ਕੋਈ ਵੀ ਬੱਚਾ ਕਿਸੇ ਇਨਫੋਰਮੇਸ਼ਨ ਤੋਂ ਅਲੱਗ ਨਾ ਰਹਿ ਜਾਏ। ਇਸ ਕਰਕੇ ਇਹ ਗਰੁੱਪ ਜੋ WhatsApp ਗਰੁੱਪ ਹੈ ਫ੍ਰੀ ਹੈ। ਠੀਕ ਹੈ, ਜਿਸ ਦੇ ਵਿੱਚ ਤੁਹਾਡੇ ਆਪਣੇ ਬਤੌਰ ਜੋ ਵੀ ਲੈਕਚਰ ਲੱਗਦੇ ਜਾ ਰਹੇ ਨੇ ਉਹ ਪੈਂਦੇ ਜਾ ਰਹੇ ਨੇ, ਉਸ ਦੇ ਵਿੱਚ ਵੀਡੀਓ ਦੇ ਵਿੱਚ ਅਪਲੋਡ ਕਰਕੇ WhatsApp ਦੇ ਗਰੁੱਪ ਦੇ ਵਿੱਚ ਸੈਂਡ ਹੋ ਰਹੇ ਨੇ। ਠੀਕ ਹੈ, ਇਸ ਕਰਕੇ ਤੁਹਾਡੇ ਸਾਹਮਣੇ ਅੱਜ ਦੂਜੀ ਕਲਾਸ ਲੈ ਕੇ ਸਿਰਫ ਬੇਸਿਕ ਕਾਊਂਟਿੰਗ ਦੀ ਕਲਾਸ ਹੈ ਜੋ ਕਮਰਸ ਬੇਸ ਤੇ ਸੀ। ਜਿਵੇਂ ਕਿ ਤੁਹਾਡੇ ਸਾਹਮਣੇ ਫਸਟ ਕੁਐਸਚਨ ਹੈ, ਬੈਂਕ ਅਕਾਊਂਟ ਕੀ ਹੁੰਦਾ ਹੈ। ਫਸਟ ਆਫ ਆਲ ਤੁਹਾਨੂੰ 3 ਅਕਾਊਂਟ ਸਮਝਾਏ ਗਏ ਸੀ। ਰੀਅਲ ਅਕਾਊਂਟ ਕੀ ਹੁੰਦਾ ਹੈ, ਪਰਸਨਲ ਅਕਾਊਂਟ ਕੀ ਹੁੰਦਾ ਹੈ, ਨੋਮੀਨਲ ਅਕਾਊਂਟ ਕੀ ਹੁੰਦਾ ਹੈ। ਹੁਣ ਜਿਵੇਂ ਕਿ ਤੁਹਾਡੇ ਸਾਹਮਣੇ ਆਨਸਰ ਦਿੱਤਾ ਹੋਇਆ ਕਿ ਬੈਂਕ ਅਕਾਊਂਟ ਸਾਡੇ ਵਾਸਤੇ ਪਰਸਨਲ ਅਕਾਊਂਟ ਹੁੰਦਾ ਹੈ, ਤਾਂ ਓਬਵੀਅਸ ਹੈ, ਮੈਂ ਤੁਹਾਨੂੰ ਕੱਲ ਉਸ ਦਿਨ ਪਹਿਲੀ ਆਪਣੀ ਫਸਟ ਵੀਡੀਓਜ਼ ਵਿੱਚ ਦੱਸ ਕੇ ਗਿਆ ਸੀਗਾ ਜਿਹੜਾ ਪਰਸਨਲ ਅਕਾਊਂਟ ਹੁੰਦਾ ਉਹ ਅੱਗੇ ਦੋ ਬੇਸ ਦਾ ਹੁੰਦਾ। ਦੋ ਬੇਸ ਕਿਹੜੇ ਹੁੰਦੇ ਨੇ? ਇੱਕ ਸਾਡੇ ਵਾਸਤੇ ਨੈਚੁਰਲ ਪਰਸਨਲ ਅਕਾਊਂਟ ਹੁੰਦਾ। ਠੀਕ ਹੈ ਜੀ, ਨੈਚੁਰਲ ਪਰਸਨਲ ਅਕਾਊਂਟ ਹੁੰਦਾ। ਔਰ ਸੈਕਿੰਡ ਬੰਦਾ ਤੁਹਾਡੇ ਵਾਸਤੇ ਮੇਰੇ ਨਾਲ ਆਰਟੀਫਿਸ਼ੀਅਲ ਪਰਸਨਲ ਅਕਾਊਂਟ ਹੋ ਜਾਏਗਾ। ਠੀਕ ਹੈ ਜੀ, ਆਰਟੀਫਿਸ਼ੀਅਲ ਪਰਸਨਲ ਅਕਾਊਂਟ ਹੋ ਜਾਏਗਾ। ਵੈਸੇ 3 ਬੇਸ ਹੁੰਦੇ ਨੇ ਲੇਕਿਨ ਹਜੇ ਆਪਾਂ ਸਿਰਫ 2 ਹੀ ਦੇਖ ਰਹੇ, ਨੈਚੁਰਲ ਔਰ ਆਰਟੀਫਿਸ਼ੀਅਲ। ਨੈਚੁਰਲ ਨਾਮ ਦੀ ਪਤਾ ਲੱਗਦਾ ਬਾਈ ਨੇਚਰ ਹੋਣਗੇ, ਲਾਈਕ ਰਾਮ ਹੋ ਗਿਆ, ਲਾਈਕ ਮੈਂ ਹੋ ਗਿਆ, ਲਾਈਕ ਸ਼ਾਮ ਹੋ ਗਿਆ, ਜੋ ਚੱਲ ਫਿਰ ਸਕਦੇ ਨੇ, ਰੱਬ ਦੇ ਬਣਾਏ ਬੰਦੇ ਉਹ ਨੈਚੁਰਲ ਦੇ ਵਿੱਚ ਆਉਂਦੇ ਨੇ। ਆਰਟੀਫਿਸ਼ੀਅਲ ਜੋ ਸਾਡੇ ਵਾਸਤੇ ਮੈਨ ਮੇਡ ਹੁੰਦੇ ਨੇ, ਹੁਣ ਜੋ ਇੱਕ ਇੰਡੀਵਿਜੂਅਲ ਨੇ ਕੰਸਟਰਕਟ ਕੀਤੇ ਨੇ, ਇੰਡੀਵਿਜੂਅਲ ਨੇ ਬਿਲਡਅਪ ਕੀਤੇ ਨੇ। ਉਹ ਇੱਕ ਸਕੂਲ ਦਾ ਨਾਮ ਹੋ ਸਕਦਾ, ਬੈਂਕ ਦਾ ਨਾਮ ਹੋ ਸਕਦਾ, ਕਿਸੇ ਵੀ ਟਰਸਟੀ ਦਾ ਨਾਮ ਹੋ ਸਕਦਾ ਹੈ, ਕਿਸੇ ਵੀ ਕੰਪਨੀ ਦਾ ਨਾਮ ਹੋ ਸਕਦਾ ਹੈ। ਇੱਥੇ ਇੱਕ ਵਰਡ ਆਇਆ ਸੀ ਬੈਂਕ ਦਾ ਨਾਮ ਹੋ ਸਕਦਾ ਹੈ। ਇਟ ਮੀਨ ਕਿ ਅਗਰ ਮੈਂ ਗੱਲ ਕਰਾਂ ਤਾਂ ਬੈਂਕ ਅਕਾਊਂਟ ਦੀ ਗੱਲ ਕੀਤੀ ਹੈ ਤਾਂ ਬੈਂਕ ਸਾਡੇ ਵਾਸਤੇ ਕਿਹੜਾ ਅਕਾਊਂਟ ਬਣੇਗਾ? ਪਰਸਨਲ ਅਕਾਊਂਟ। ਅਗਰ ਮੈਂ ਵੀ ਤਾਂ ਗੱਲ ਦੱਸੀ ਸੀ ਕਿ ਅਗਰ ਮੈਂ ਤੁਹਾਨੂੰ ਪਿਛਲਾ AL ਕੱਟਦਾ ਤਾਂ ਮੇਰੇ ਇੱਕ ਪਰਸਨਸ ਬਣਦਾ, ਲੇਕਿਨ ਤੁਹਾਡੇ ਬਤੌਰ ਸਾਰੇ ਬੈਂਕ ਖੁੱਲੇ ਹੋਏ ਨੇ, HDFC ਬੈਂਕ ਹੋ ਗਿਆ, ICICI ਬੈਂਕ ਹੋ ਗਿਆ, ਇਹਨਾਂ ਦੇ ਵੀ ਅਕਾਊਂਟ ਹੋਲਡ ਹੁੰਦੇ ਨੇ। ਤੁਹਾਡੇ ਆਪਣੇ ਸਕੂਲਸ ਔਰ ਕਾਲਜ 'ਚ ਇਹਨਾਂ ਬੈਂਕਾਂ ਦੇ ਵਿੱਚ ਅਕਾਊਂਟ ਹੋਲਡ ਹੁੰਦੇ ਨੇ। ਠੀਕ ਹੈ, ਇਸ ਕਰਕੇ ਜਿਹੜਾ ਬੈਂਕ ਅਕਾਊਂਟ ਹੈ ਸਾਡੇ ਵਾਸਤੇ ਕਿ ਇੱਕ ਪਰਸਨਲ ਅਕਾਊਂਟ ਹੈ। ਠੀਕ ਹੈ, ਤੁਹਾਡਾ ਆਪਣਾ ਸੈਕਿੰਡ ਕੁਐਸਚਨ ਹੈ। ਸੈਕਿੰਡ ਕੁਐਸਚਨ ਦੀ ਗੱਲ ਕਰਨ ਜਾ ਰਹੇ ਹੈ, ਕਹਿੰਦਾ ਅਕੋਰਡਿੰਗ ਟੂ ਗੋਇੰਗ ਕੰਸਰਨ ਕਨਸੈਪਟ, ਕਹਿੰਦਾ ਗੋਇੰਗ ਕੰਸਰਨ ਕਨਸੈਪਟ ਦੇ ਅਕੋਰਡਿੰਗ ਇੱਕ ਬਿਜ਼ਨਸ ਨੂੰ ਕਿਸ ਤਰ੍ਹਾਂ ਦੇਖਿਆ ਜਾਂਦਾ ਹੈ। ਮਤਲਬ ਗੋਇੰਗ ਕੰਸਰਨ ਕਨਸੈਪਟ, ਇਹ ਵੈਸੇ ਇਹਦੇ ਕਨਸੈਪਟ ਦੀ ਅਗਰ ਗੱਲ ਕਰਾਂ ਤੇ ਸਾਰੇ ਥਿਓਰੇਟੀਕਲ ਪੋਰਸ਼ਨ ਦੇ ਅਕੋਰਡਿੰਗ ਅਲੱਗ ਲੈਕਚਰ ਬਣਾਇਆ ਗਿਆ ਇਸ ਚੀਜ਼ ਦਾ, ਉਹ ਵੀ ਤੁਹਾਡੇ ਸਾਹਮਣੇ ਲੈ ਕੇ ਆਉਂਗਾ। ਗੋਇੰਗ ਮਤਲਬ ਹੁੰਦਾ ਚੱਲਦੇ ਰਹਿਣਾ, ਕੰਸਰਨ ਮਤਲਬ ਹੁੰਦਾ ਫਰਮ ਦਾ, ਕੰਸੈਪਟ ਹੁੰਦਾ ਇੱਕ ਸਟੇਟਮੈਂਟ ਦਾ, ਫੈਕਟ ਦਾ। ਮਤਲਬ ਕਿ ਬਿਜ਼ਨਸ ਨੂੰ ਚੱਲਦੇ ਰਹਿਣਾ ਠੀਕ ਲੱਗਦਾ ਹੈ। ਗੋਇੰਗ ਕੰਸਰਨ ਮਤਲਬ ਜਿਹੜਾ ਬਿਜ਼ਨਸ ਹੈ ਇਹ ਨਹੀਂ ਹੈਗਾ ਕਿ 1 ਸਾਲ ਚਲਾਇਆ ਦੂਜੇ ਸਾਲ ਬੰਦ ਕਰਤਾ, ਜਾਂ ਪਹਿਲੇ ਸਾਲ ਲੋਸ ਹੋ ਕੇ ਦੂਸਰੇ ਸਾਲ ਅਸੀਂ ਦੇਖ ਲਿਆ ਕਿ ਦੂਸਰੇ ਸਾਲ ਵੀ ਲੋਸ ਹੋ ਸਕਦਾ ਹੈ, ਇਸ ਕਰਕੇ ਬੰਦ ਕਰ ਦਿਓ, ਸ਼ਟ ਡਾਊਨ ਕਰ ਦਿਓ। ਲੇਕਿਨ ਨਹੀਂ, ਅਗਰ ਬਿਜ਼ਨਸ ਨੂੰ ਦੇਖਣਾ ਹੈ ਤਾਂ ਗੋਇੰਗ ਕੰਸੈਪਟ ਦੇ ਅਕੋਰਡਿੰਗ ਕੀ ਹੁੰਦਾ ਹੈ? ਗੋਇੰਗ ਮਤਲਬ ਚੱਲਦੇ ਰਹਿਣਾ, ਲੰਬੇ ਟਾਈਮ ਤੱਕ ਚੱਲਦੇ ਰਹਿਣਾ। ਹੁਣ ਤੁਹਾਡੇ ਸਾਹਮਣੇ ਆਨਸਰ ਹੈ। ਆਨਸਰ ਕੀ ਕਹਿੰਦਾ ਹੈ? ਫਸਟ ਆਪਸ਼ਨ ਹੈ ਅ ਲਿਮਿਟਡ ਲਾਈਫ, ਸੈਕਿੰਡ ਹੈ ਐਨ ਆਇਡੈਂਟੀਫਾਈਡ ਲਾਈਫ, ਸੀ ਹੈ ਵੈਰੀ ਲੌਂਗ ਲਾਈਫ, ਡੀ ਹੈ ਤੁਹਾਡੇ ਨਨ ਆਫ ਦੀਸ। ਮੈਂ ਤੁਹਾਨੂੰ ਇੱਕ ਗੱਲ ਦੱਸੀ ਸੀ ਕਿ ਗੋਇੰਗ ਕੰਸੈਪਟ ਕੀ ਹੈ? ਬਿਜ਼ਨਸ ਦਾ ਚੱਲਦੇ ਰਹਿਣਾ। ਠੀਕ ਹੈ, ਲੰਬੇ ਟਾਈਮ ਤੱਕ ਚੱਲਦੇ ਰਹਿਣਾ ਸ਼ੁਰੂ ਕਰੋ, ਲੰਬੇ ਟਾਈਮ ਤੱਕ ਚੱਲਦਾ ਰਹੇ, ਇਨ ਫਿਊਚਰ ਦੇ ਵਿੱਚ ਲੰਬੇ ਟਾਈਮ ਤੱਕ ਚੱਲੂਗਾ, ਜਿਹਦੀ ਕੋਈ ਕਾਊਂਟੇਬਲ ਸਟੇਜ ਨਹੀਂ ਹੈ। ਅਨਕਾਊਂਟਡ ਪੀਰੀਅਡ ਤੱਕ ਬਿਜ਼ਨਸ ਚੱਲਦਾ ਰਹਿਣਾ। ਠੀਕ ਹੈ, ਹੁਣ ਜਿਵੇਂ ਕਿ ਤੁਹਾਡੇ ਸਾਹਮਣੇ ਇੱਕ ਆਨਸਰ ਲਿਖਿਆ ਹੋਇਆ ਹੈ ਐਨ ਅਨਡੈਫੀਨਿਟ ਲਾਈਫ। ਅਨਡੈਫੀਨਿਟ ਲਾਈਫ ਮਤਲਬ ਜਿਹਦੀ ਕੋਈ ਡੈਫੀਨਿਟ ਲਾਈਫ ਹੀ ਨਹੀਂ ਹੁੰਦੀ, ਲਿਮਿਟਡ ਪੀਰੀਅਡ ਨਹੀਂ ਹੁੰਦਾ, ਬਿਜ਼ਨਸ ਉਸ ਚੀਜ਼ ਨਾਲ ਚੱਲਦੇ ਰਹਿਣਾ ਠੀਕ ਰਹਿੰਦਾ। ਇਸ ਤਰ੍ਹਾਂ ਬਿਜ਼ਨਸ ਨੂੰ ਅਸੀਂ ਆਇਡੈਂਟੀਫਾਈਡ ਲਾਈਫ ਕਿਸ ਵੇ ਨਾਲ ਦੇਖਦੇ ਹਾਂ, ਜਿਹੜਾ ਕੰਸੈਪਟ ਐਪਲੀਕੇਬਲ ਹੋਏਗਾ ਉਹ ਕੰਸੈਪਟ ਦਾ ਨਾਮ ਕੀ ਹੈ? ਗੋਇੰਗ ਕੰਸਰਨ ਕੰਸੈਪਟ। ਗੋਇੰਗ ਮਤਲਬ ਹੁੰਦਾ ਕੰਟੀਨਿਊਸਲੀ ਚੱਲਦੇ ਰਹਿਣਾ,
कंसर्न मतलब ਹੁੰਦਾ ਫਰਮ ਦਾ, ਕਨਸੈਪਟ ਇੱਕ ਫੈਕਟ ਹੋ ਜਾਂਦਾ, ਸਟੇਟਮੈਂਟ ਹੋ ਜਾਂਦੀ ਹੈ, ਉਸ ਚੀਜ਼ ਦੀ ਗੱਲ ਕੀਤੀ ਗਈ ਸੀ। ਥਰਡ ਪੁਆਇੰਟ ਹੈ ਸਟਾਕ ਇਨ ਟ੍ਰੇਡ ਡਸ ਨੋਟ ਇੰਕਲੂਡ। ਕਹਿੰਦਾ ਸਟਾਕ ਸਾਡੇ ਵਾਸਤੇ ਹੁੰਦਾ ਕੀ ਹੈ? ਇੱਕ ਸਟਾਕ ਸਾਡੇ ਵਾਸਤੇ ਰॉ ਮਟੀਰੀਅਲ ਵੀ ਹੋ ਸਕਦਾ ਹੈ, ਠੀਕ ਹੈ। ਇੱਕ ਸਟਾਕ ਸਾਡੇ ਵਾਸਤੇ ਵਰਕਿੰਗ ਪ੍ਰੋਗਰੈਸ ਵੀ ਹੋ ਸਕਦੀ ਹੈ। ਇੱਕ ਸਟਾਕ ਸਾਡੇ ਵਾਸਤੇ ਕੀ ਹੋਣਾ ਸਕਦਾ? ਫਿਨਿਸ਼ ਗੁੱਡਸ ਵੀ ਹੋ ਸਕਦੀ ਹੈ। ਲਾਈਕ ਇੱਕ ਸਟਾਕ ਸਾਡੇ ਵਾਸਤੇ ਓਪਨਿੰਗ ਸਟਾਕ ਵੀ ਹੋ ਸਕਦਾ ਹੈ, ਇੱਕ ਸਟਾਕ ਸਾਡੇ ਵਾਸਤੇ ਕਲੋजिंग ਸਟਾਕ ਵੀ ਹੋ ਸਕਦਾ ਹੈ। ਤਾਂ ਹੁਣ ਪੁੱਛਿਆ ਕੀ ਗਿਆ, ਚਾहे वो रॉ मटेरियल है, चाहे वो वर्किंग प्रोग्रेस है, या फिनिश गुड्स है, या साडे वास्ते ओपनिंग स्टॉक है, या साडे वास्ते क्लोजिंग स्टॉक है। हुण वो साडे वास्ते किहदे विच नहीं आऊगा? ओबवियस है स्टॉक अज बनाया कल सेल कर देंगे मार्केट दे विच, आ साडे पास हैगा, कल सेल भी हो सकती है। आ साडा ओपनिंग स्टॉक है, कल ਉਹੀ ਓਪਨਿੰਗ ਸਟਾਕ ਸਾਡੇ ਵਾਸਤੇ ਕਲੋजिंग ਸਟਾਕ ਸੀ। ਤੁਹਾਨੂੰ ਸਭ ਨੂੰ ਪਤਾ ਹੈ ਜੋ ਪਿਛਲੇ ਸਾਲ ਦਾ ਕਲੋजिंग ਸਟਾਕ ਹੁੰਦਾ ਉਹ ਅਗਲੇ ਸਾਲ ਦਾ ਓਪਨਿੰਗ ਸਟਾਕ ਬਣ ਜਾਂਦਾ ਹੈ। ਮਤਲਬ ਕਿ ਕਲੋजिंग ਸਟਾਕ ਮਤਲਬ ਹੁੰਦਾ ਅਨਸੋਲਡ ਮਟੀਰੀਅਲ ਜੋ ਨਹੀਂ ਵਿਕਿਆ ਸਾਡੇ ਵਾਸਤੇ, ਠੀਕ ਹੈ, ਉਹ ਅਗਲੇ ਸਾਲ ਓਪਨਿੰਗ ਸਟਾਕ ਬਣ ਜਾਊਗਾ। ਜੋ ਸਾਡੇ ਪਾਸ ਹੈਗਾ ਸੀ ਉਹ ਕੱਲ ਕਿਸੇ ਹੋਰ ਦੇ ਪਾਸ ਹੋਊਗਾ। ਮਤਲਬ ਕੀ ਹੈ ਇਹਦੇ ਵਿੱਚ ਸਟਾਕ ਇਨ ਟ੍ਰੇਡ ਪਹਿਲੀ ਗੱਲ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਸਾਡੇ ਵਾਸਤੇ ਕਿਹੜੀ ਐਸਿਡਸ ਬਣਦੀ ਹੈ, ਉਹ ਸਾਡੇ ਵਾਸਤੇ ਕਰੰਟ ਐਸਿਡਸ ਹੈ। ਜੋ ਸਿਰਫ ਸਟਾਕ ਇਨ ਟ੍ਰੇਡ ਕਾਹਦੇ ਵਾਸਤੇ ਕੀਤਾ ਜਾਂਦਾ ਹੈ? प्रोडक्शन करन वास्ते, गुड्स की प्रोडक्शन करन दे वास्ते किया जाता है। तो आंसर की कहते हैं, ए ऑप्शन है रॉ मटीरियल, स्टॉक इन ट्रेड रॉ मटीरियल ही होंदा है, जिवें कि तुहाडे सामने ऑप्शन दस ही चुक्या। सी है फिनिश गुड्स, वर्किंग प्रोग्रेस भी हो सकता है। हुण वही चीज़ लिखी हुई है कि स्टॉक इन ट्रेड की है, रॉ मटीरियल भी है, ठीक है, फिनिश गुड्स भी है, और चीज़ों की मैन्युफैक्चरिंग वास्ते स्टॉक ਨੂੰ ਅਸੀਂ यूज़ करते हैं। पर स्टॉक साडे वास्ते की नहीं हैगा, तो यही साडा आंसर बनूगा। स्टॉक साडे वास्ते फिक्सड एसिड्स नहीं होंदियां। फिक्सड एसिड्स किहड़ी होंदियां ने? लाइक कोई भी प्लॉट हो गया, ठीक है, कोई भी मशीनरी होगी, कोई भी बिल्डिंग होगी, कुछ भी हो गया, मशीनरी होगी, वो साडे वास्ते फिक्सड एसिड्स ने जो साडे पास लंबे टाइम तक चलदियां रहिंदियां ने, लंबे टाइम तक असीं उहदे ते इन्वेस्टमेंट करदे रहंदे आ, वो साडे वास्ते फिक्सड एसिड है। लेकिन स्टॉक इन ट्रेड अज मैन्युफैक्चर हो गया, कल मार्केट में सेल हो जानी है, साढ़े पास नहीं रहना, ठीक है। तो स्टॉक इन ट्रेड साढ़े वास्ते करंट एसिड्स है, जो एक रॉ मटेरियल भी हो सकता है, वर्किंग प्रोग्रेस भी हो सकती है, फिनिश गुड्स भी हो सकती है, ठीक है जी। नैक्सट फोर्थ क्वेश्चन है, दी टर्म फिक्स एसिड्स इंक्लूड। हुण फिक्स एसिड्स किहड़ी होंदियां ने? तुहाडे सामने फिक्स एसिड की होणगियां? स्टॉक ऑफ फिनिश गुड्स, ये तो ऑलरेडी होंदियां ही नहीं, तुहानूं पता है करंट एसिड्स होंदियां ने। बैंक बैलेंस ऑलरेडी उपर दस गया सी, बैंक साडे वास्ते एक तरह का पर्सनल अकाउंट है, लेकिन ਉਹਦਾ ਜਿਹੜਾ बैलेंस है, चाहे वो कैश की फॉर्म च है या बैंक की फॉर्म च है, वो साडे वास्ते की होंगे करंट एसिड्स होंदियां ने। हाँ, गुडविल है जो साडे वास्ते फिक्स एसिड है। अज वैसे गुडविल एकदम नहीं बनती, ठीक है, गुडविल बनने में 2 या 4 साल या 5 साल लग जाते हैं बनने वास्ते। लंबे टाइम तक जो मेनटेन करके साडे पास रहिंदी है, उस गुडविल असीं जो मेनटेन करके रखते हैं लंबे टाइम तक, वो साडे वास्ते की बन जाएगी? एक तरह की फिनिश गुड, मतलब कि फिक्स एसिड्स बन जाएगियां, ठीक है। कल अगर लोगों की नज़रों के विच, लोगों की आई साइड्स के अगर सानू गुडविल मेनटेन करना है तो एकदम नहीं बनती, ठीक है। गुडविल कुछ मैथड्स ने जो मैं तुहानूं पार्टनरशिप के नाल कंस्ट्रक्ट करवाऊँगा, सैटअप करवाऊँगा, ठीक है। तो आप गुडविल के मैथड्स वो करांगे, लेकिन अज तक सिर्फ नहीं समझना है कि जो थोड़ा अपना फिक्स एसिड्स है, उस टर्म्स के विच जिहड़ी गुडविल है साडे वास्ते की वो फिक्स एसिड है, जो लॉन्ग टाइम तक एक बिजनेसमैन मेनटेन करके रखता है, ठीक है। नैक्सट क्वेश्चन नंबर फिफ्थ, द टर्म करंट एसिड डस नॉट इंक्लूड। ये तो ऑलरेडी चैक करके आए हैं, करंट एसिड्स किहड़ी आइटम नहीं इंक्लूड की जाती, ठीक है। तो ध्यान रखियो, स्टॉक इन ट्रेड इंक्लूड किया जाता है, कैश इंक्लूड किया जाता है, डेटर्स इंक्लूड किए जाते हैं। एक होंदा डेटर्स जी तो साने पैसे लेने हैं, एक होंदा क्रेडिटर, ठीक है, जिन्होंने साने पैसे देने हैं। इन्हां दी दो ऑपोजिट टर्म्स होंदियां ने। डेटर साडे वास्ते एक कहने का मतलब साडे वास्ते एक परचेजर जो साडे तो परचेज करते हुए है, जी तो साने पैसे लेने हैं। क्रेडिटर जिन्होंने साने पैसे देने हैं, वो एक होंदा है। उस पर ऑप्शन आएगी डी। इत्थे वैसे बिल्डिंग आना जरूरी सी कि बिल्डिंग साडे वास्ते फिक्स एसिड का पार्ट है, ना कि साडे करंट एसिड का पार्ट है, बिल्डिंग होएगा, ठीक है। क्वेश्चन नंबर सिक्स की कहता है करंट लिबिलिटी डू नॉट इंक्लूड। करंट लिबिलिटी किहड़ी करंट लिबिलिटी नहीं है? तो देखो साडे सामने अनक्लेम डिविडेंड साडे वास्ते करंट लिबिलिटी है। क्रेडिटर और डेटर्स ऊपर करवा के आए सी, पैसे लेने हैं तो साडे डेटर्स ने, पैसे देने हैं तो साडे क्रेडिटर्स ने। उस तो बाद सी कैपिटल नैक्सट है तुहाडा अपना बैंक ओवरड्राफ्ट। हुण करंट लिबिलिटी का जो पार्ट नहीं है वो आंसर तुहाडे सामने ही है, जिस चीज़ की आपां गल कीती सी 6th पॉइंट दे विच। 7th क्वेश्चन बहुत इंपोर्टेंट है। 7th क्वेश्चन देखो कहता की है, हेवी इनिशियल इन्वेस्टमेंट, मतलब कि अगर साडे कोई बिजनेस की प्रमोशन के वास्ते
कोई भी ਅਸੀਂ ਹੈਵੀ ਐਡਵਰਟਾਈਜ਼ਮੈਂਟ ਦਿੰਦੇ ਆ, ਕੋਈ ਵੀ ਮਸ਼ਹੂਰੀ ਦਿੰਦੇ ਆ, ਕੋਈ ਵੀ ਐਡਵਰਟਾਈਜ਼ ਦਿੰਦੇ ਆ, ਠੀਕ ਹੈ, ਜਾਂ ਕੰਪਨੀ ਨੇ ਕੋਈ ਵੀ ਨਵਾਂ ਪ੍ਰੋਡਕਟ ਕੀ ਕੀਤਾ ਲਾਂਚ ਕੀਤਾ ਮਾਰਕੀਟ ਦੇ ਵਿੱਚ, ਤਾਂ ਉਹਦੇ ਵਾਸਤੇ ਕੋਈ ਵੀ ਸੈਲੀਬ੍ਰਿਟੀ ਅਮਿਤਾਭ ਬੱਚਨ ਨੂੰ ਇੰਡੋਸ ਕਰ ਲਿਆ, ਠੀਕ ਹੈ, ਜਾਂ ਫਿਰ ਕਿਸੇ ਸੈਲੀਬ੍ਰਿਟੀ ਨੂੰ ਇੰਡੋਸ ਕਰ ਲਿਆ, ਤਾਂ ਉਹ ਓਬਵੀਅਸ ਉਹਨਾਂ ਦਾ ਖਰਚਾ ਕੀ ਹੁੰਦਾ, ਜ਼ਿਆਦਾ ਹੁੰਦਾ। ਤਾਂ ਅਸੀਂ ਕੋਈ ਵੀ ਹੈਵੀ ਇਨਵੈਸਟਮੈਂਟ ਕਰ ਚੁੱਕੇ ਹਾਂ ਜਾਂ ਐਡਵਰਟਾਈਜ਼ਮੈਂਟ ਕਰ ਚੁੱਕੇ ਹਾਂ ਨਵੇਂ ਪ੍ਰੋਡਕਟ ਨੂੰ ਲੈ ਕੇ, ਤਾਂ ਉਹ ਸਾਡੇ ਵਾਸਤੇ ਜਿਹੜਾ ਐਕਸਪੈਂਡੀਚਰ ਹੈ, ਖਰਚਾ ਹੈ, ਉਹ ਕਿਹੜਾ ਖਰਚਾ ਹੋਏਗਾ। ਆਪਸ਼ਨ 3 ਨੇ ਕੈਪੀਟਲ ਐਕਸਪੈਂਡੀਚਰ, ਬੀ ਹੈ ਰੈਫਰਡ ਰੈਵਨਿਊ ਐਕਸਪੈਂਡੀਚਰ, ਸੀ ਹੈ ਨਨ ਆਫ ਦੀਸ। ਇਹਦੇ ਨਾਲ ਅਗਰ ਮੈਂ ਆਪਸ਼ਨ ਰੱਖਾਂ ਤਾਂ ਕਿ ਡੀ ਆਪਸ਼ਨ ਇਹ ਵੀ ਬਣ ਸਕਦੇ ਸਾਡੇ ਵਾਸਤੇ ਰੈਵਨਿਊ ਐਕਸਪੈਂਡੀਚਰ। ਹੁਣ ਸਾਡੇ ਵਾਸਤੇ ਧਿਆਨ ਦੇਖੋ ਕੈਪੀਟਲ ਐਕਸਪੈਂਡੀਚਰ ਦਾ ਪਾਰਟ ਨਹੀਂ ਹੈ, ਠੀਕ ਹੈ, ਨਾ ਹੀ ਰੈਵਨਿਊ ਐਕਸਪੈਂਡੀਚਰ ਦਾ ਪਾਰਟ ਹੈ। ਫਿਰ ਸਾਡੇ ਵਾਸਤੇ ਕਾਹਦਾ ਪਾਰਟ ਹੈ, ਡੈਫਰਡ ਰੈਵਨਿਊ ਐਕਸਪੈਂਡੀਚਰ। ਡੈਫਰਡ ਦਾ ਮਤਲਬ ਹੁੰਦਾ ਫੋਰਵਰਡ ਕਰਨਾ, ਠੀਕ ਹੈ, ਫੋਰਵਰਡ ਆਉਣ ਵਾਲੇ ਟਾਈਮ ਤੱਕ, ਲੰਬੇ ਟਾਈਮ ਤੱਕ ਅਸੀਂ ਇਹਨੂੰ ਫੋਰਵਰਡ ਕਰ ਦੇਣਾ। ਕਾਰਨ ਕੀ ਹੈ, ਕੋਈ ਵੀ ਜਿਹੜੀ ਕੰਪਨੀ ਹੈ ਆਪਣੀ ਐਡਵਰਟਾਈਜ਼ ਦਾ ਖਰਚਾ ਇੱਕਦਮ ਨਹੀਂ ਪੇ ਕਰਦੀ, ਠੀਕ ਹੈ, ਔਰ ਲੰਬੇ ਟਾਈਮ ਤੱਕ ਇੱਕ ਬੌਂਡ ਸਿਸਟਮ ਕਰ ਲੈਂਦੇ, 5 ਸਾਲਾਂ 'ਚ ਪੇ ਕਰ ਦਿੱਤਾ ਜਾਊਗਾ, 10 ਸਾਲਾਂ 'ਚ ਪੇ ਕਰ ਦਿੱਤਾ ਜਾਊਗਾ। ਮਤਲਬ ਕਿ ਜਿਹੜਾ ਐਕਸਪੈਂਡੀਚਰ ਆਉਣ ਵਾਲੇ ਲੰਬੇ ਟਾਈਮ ਤੱਕ ਅੱਗੇ ਫੋਰਵਰਡ ਕਰਤਾ, ਠੀਕ ਹੈ, ਉਸ ਐਡਵਰਟਾਈਜ਼ ਦੇ ਖਰਚੇ ਨੂੰ ਅਸੀਂ ਕਿਹੜਾ ਐਡਵਰਟਾਈਜ਼ ਬੋਲਦੇ ਹਾਂ, ਡੈਫਰਡ ਰੈਵਨਿਊ ਐਕਸਪੈਂਡੀਚਰ ਬੋਲਿਆ ਜਾਂਦਾ ਹੈ, ਠੀਕ ਹੈ ਜੀ। ਨੈਕਸਟ ਆਓ ਕੁਐਸਚਨ ਨੰਬਰ 8, ਵਿਚ ਆਫ ਦੀ ਫੋਲੋਇੰਗ ਇਜ਼ ਰਿਪਰੈਜ਼ੈਂਟ ਦਾ ਅਕਾਊਂਟਿੰਗ ਇਕੁਏਸ਼ਨ। ਇਹ ਤਾਂ ਆਲਰੇਡੀ ਮੈਂ ਤੁਹਾਡੇ ਨਾਲ ਫਸਟ ਵੀਡੀਓ 'ਚ ਬਹੁਤ ਵਾਰੀ ਕਰ ਚੁੱਕਿਆ, 3-4 ਇਹਦੇ ਕੁਐਸਚਨਸ ਵੀ ਆਪਾਂ ਕੰਪਲੀਟ ਕੀਤੇ ਸੀ। ਆਪਸ਼ਨ ਨੰਬਰ ਫਰਸਟ ਹੈ ਕੈਪੀਟਲ ਪਲਸ ਲਾਇਬਿਲਿਟੀ ਮਾਈਨਸ ਕੈਪੀਟਲ ਪਲਸ ਲਾਇਬਿਲਿਟੀ ਮਾਈਨਸ ਐਸਿਡਸ ਇਕੁਅਲ ਟੂ 0, ਜੋ ਠੀਕ ਹੈ, ਠੀਕ ਹੈ। ਉਸ ਤੋਂ ਬਾਅਦ ਕੈਪੀਟਲ ਮਾਈਨਸ ਲਾਇਬਿਲਿਟੀ ਮਾਈਨਸ ਕੈਪੀਟਲ ਇਜ਼ ਇਕੁਅਲ ਟੂ 0, ਜੋ ਠੀਕ ਹੈ, ਠੀਕ ਹੈ, ਦਾ ਮਤਲਬ ਮੈਂ ਦੱਸੂਗਾ ਕੀ ਹੋਏਗਾ, ਠੀਕ ਹੈ। ਕਹਿੰਦਾ ਕਿਹੜੀ ਕਿਹੜੀ ਚੀਜ਼ ਸਾਡੇ ਵਾਸਤੇ ਠੀਕ ਹੈ, ਇਹ ਦੋਨੋਂ ਦੇ ਦੋਨੋਂ ਫਾਰਮੂਲੇ ਗਲਤ ਨੇ ਆਪਸ਼ਨ ਦੇ ਅਕੋਰਡਿੰਗ। ਹੁਣ ਆਪਸ਼ਨ ਦੇ ਅਕੋਰਡਿੰਗ ਹੋਰ ਸਹੀ ਕਿਹੜਾ ਸਹੀ ਹੋਏਗਾ, ਲਾਇਬਿਲਿਟੀ ਇਜ਼ ਇਕੁਅਲ ਟੂ ਐਸਿਡ ਮਾਈਨਸ ਕੈਪੀਟਲ, ਇਹ ਵੀ ਗਲਤ ਹੈ ਨਾ। ਤਾਂ ਆਨਸਰ ਕੀ ਹੈ, ਆਲ ਆਫ ਅਬਵ। ਮਤਲਬ ਕਿਸ ਚੀਜ਼ ਦਾ ਠੀਕ ਹੈ ਦਾ ਮਤਲਬ ਇਹ ਦੱਸਿਆ ਗਿਆ ਸੀਗਾ ਕਿ 3 ਆਪਸ਼ਨਾਂ ਦੇ ਅਕੋਰਡਿੰਗ ਕੋਈ ਵੀ ਇੱਕ ਆਪਸ਼ਨ ਚੂਜ਼ ਕਰਨੀ ਸੀ। ਹੁਣ ਤੁਹਾਡੇ ਸਾਹਮਣੇ ਅਗਰ ਮੈਂ ਚਾਰਟ ਲੈ ਕੇ ਆਵਾਂ ਤਾਂ ਤੁਹਾਨੂੰ 0 ਵਾਲਾ ਕੰਸੈਪਟ ਤਾਂ ਕੀਤਾ ਹੈ, ਮੈਨੂੰ ਪਤਾ ਤੁਸੀਂ ਸਾਰੇ ਪਜ਼ਲ ਹੋਵੋਗੇ ਕਿ ਆਲ ਆਫ ਦੀਸ ਦਾ ਆਨਸਰ ਆਣਾ ਹੀ ਆਨਸਰ ਉਹੀ ਹੈ। ਬਟ ਮੈंने क्वेश्चन के अकॉर्डिंग की करवाई इस इक्वेशन, एसिड इज इक्वल टू लायबिलिटी प्लस कैपिटल, या फिर लायबिलिटी इज इक्वल टू एसिड माइनस कैपिटल, ठीक है, या फिर कहना मतलब की हो सकता है कैपिटल इज इक्वल टू एसिड्स माइनस लायबिलिटी। ये पॉइंट्स हमने पढ़े हुए ने। ਹੁਣ 0 ਵਾਲਾ ਕੰਸੈਪਟ ਤੁਹਾਨੂੰ ਸਭ ਨੂੰ ਲੱਗੂ ਗਲਤ ਹੈ ਨਾ, ਜਿਵੇਂ ਕਿ ਮੈंने ਵੀ ਕਿਹਾ ਸੀ ਠੀਕ ਹੈ ਵੀ ਇਹ ਆਪਸ਼ਨ ਗਲਤ ਹੈ, ਇਹ ਆਪਸ਼ਨ ਗਲਤ ਹੈ। ਤਾਂ ਉਸ ਪੁਆਇੰਟ ਦੇ ਅਕੋਰਡਿੰਗ ਧਿਆਨ ਰੱਖਣਾ ਉਹ ਵੀ ਆਪਸ਼ਨ ਆ ਸਕਦੀਆਂ ਨੇ, 0 ਵਾਲਾ ਕੰਸੈਪਟ ਵੀ ਆ ਸਕਦਾ ਹੈ ਵੀ ਸਾਨੇ ਸਾਰਾ ਕੁਝ ਮਾਈਨਸ ਕਰਤਾ ਤਾਂ ਬਚੂਗਾ ਬਾਅਦ ਵਿੱਚ ਕੁਝ ਵੀ ਨਹੀਂ, ਤਾਂ ਆਪਸ਼ਨ ਉਸ ਤਰ੍ਹਾਂ ਵੀ ਆ ਸਕਦੇ ਨੇ। ਇਹ ਧਿਆਨ ਰੱਖਣਾ ਕਿਉਂਕਿ ਇੱਕ ਐਜ਼ ਅ ਅਗਰ ਗੱਲ ਕਰੇ ਬਿਗਨਰ ਦੇ ਨਾਤੇ ਤੁਹਾਨੂੰ ਸਕੂਲ ਦੇ ਵਿੱਚ ਇਹ 3 ਫਾਰਮੂਲਾਸ ਕਰਵਾਏ ਜਾਂਦੇ ਨੇ, 0 ਵਾਲਾ ਕੰਸੈਪਟ ਕਰਾਇਆ ਹੀ ਨਹੀਂ ਜਾਂਦਾ। 0 ਕੰਸੈਪਟ ਕੀ ਸੀ, ਲਾਇਬਿਲਿਟੀ ਇਜ਼ ਪਲਸ ਕੈਪੀਟਲ ਮਾਈਨਸ ਇਜ਼ ਇਕੁਅਲ ਟੂ 0 ਮਾਈਨਸ ਐਸਿਡ ਇਜ਼ ਇਕੁਅਲ ਟੂ 0, ਇਹ ਕੰਸੈਪਟ ਕਦੀ ਕਰਵਾਇਆ ਹੀ ਨਹੀਂ ਜਾਂਦਾ ਹੈ ਨਾ। ਅਕਾਊਂਟਿੰਗ ਕੁਐਸਚਨ ਚੈਪਟਰ +1 ਕਲਾਸ ਦੇ ਵਿੱਚ ਉਹਦੇ ਵਿੱਚ 3 ਫਾਰਮੂਲੇ ਨਾਲ ਸਾਰੇ ਕੁਐਸਚਨ ਕੰਸਟਰਕਟ ਕਰਵਾਏ ਜਾਂਦੇ ਸੀ, ਬਣਾਏ ਜਾਂਦੇ ਸੀ। ਪਰ ਧਿਆਨ ਰੱਖਿਓ ਮੇਰੇ ਠੀਕ ਹੈ ਦਾ ਮਤਲਬ ਇਹ ਸੀਗਾ ਕਿ ਇਹ ਚੀਜ਼ਾਂ ਦੋਨੋਂ ਲਾਈਕ ਕਰ ਸਕਦੇ ਨੇ। ਤਾਂ ਆਨਸਰ ਕੀ ਹੈ, ਆਲ ਆਫ ਅਬਵ। ਪਜ਼ਲ ਨਹੀਂ ਹੋਣਾ, ਧਿਆਨ ਰੱਖਿਓ ਕੁਐਸਚਨ ਦੇ ਅਕੋਰਡਿੰਗ ਕੁਝ ਮਰਜ਼ੀ ਪੁੱਛਿਆ ਜਾ ਸਕਦਾ ਤੁਹਾਨੂੰ, ਠੀਕ ਹੈ। ਕੁਐਸਚਨ ਨੰਬਰ 9, ਰੈਵਨਿਊ ਇਜ਼ ਕੰਸੀਡਰਡ ਐਜ਼ ਬੀਇੰਗ ਅਰਨਡ ਵੈਨ। ਕਹਿੰਦਾ ਇੱਕ ਰੈਵਨਿਊ ਹੈ, ਰੈਵਨਿਊ ਮਤਲਬ ਇੱਕ ਇਨਕਮ ਹੈ, ਜਾਂ ਫਿਰ ਕਹਿੰਦਾ ਮਤਲਬ ਇੱਕ ਆਏ ਹੈ ਜਾਂ ਇੱਕ ਪ੍ਰਾਪਤੀ ਹੈ, ਠੀਕ ਹੈ, ਉਹ ਕਿਸ ਤਰ੍ਹਾਂ ਕੰਸੀਡਰ ਕੀਤੀ ਜਾਊਗੀ ਜਾਂ ਕਿਸ ਤਰ੍ਹਾਂ ਕਮਾਈ ਜਾਊਗੀ। ਅਰਨ ਮਤਲਬ ਹੁੰਦਾ ਕਮਾਣਾ, ਮਤਲਬ ਇੱਕ ਰੈਵਨਿਊ ਕਦੋਂ ਜਨਰੇਟ ਹੋਏਗੀ, ਸਾਨੂੰ ਲੱਗਦਾ ਕਿ ਹਾਂ ਸਾਨੂੰ ਰੈਵਨਿਊ ਜਨਰੇਟ ਕਰ ਲਈ, ਉਸ ਦਾ ਸਾਧਨ ਕੀ ਹੋਏਗਾ, ਉਹ ਕਿਸ ਵੇ ਨਾਲ ਜਨਰੇਟ ਹੋਏਗੀ। ਤਾਂ ਫਸਟ ਆਪਸ਼ਨ ਹੈ ਕੈਸ਼ ਇਜ਼ ਰਿਸੀਵਡ, ਸੈਕਿੰਡ ਹੈ ਪ੍ਰੋਡਕਸ਼ਨ ਇਜ਼ ਡਨ, ਸੀ ਹੈ ਸੇਲ ਇਜ਼ ਇਫੈਕਟਿਵ, ਡੀ ਐਂਡ ਨਨ ਆਫ ਦਿਸ। ਓਬਵੀਅਸ ਹੈ ਕੁਝ ਪ੍ਰੋਸੈਸ ਦੇ ਅਕੋਰਡਿੰਗ ਜਾਣਾ ਪਏਗਾ। ਕੈਸ਼ ਰਿਸੀਵ ਨੂੰ ਅਸੀਂ ਰੈਵਨਿਊ ਬੋਲ ਸਕਦੇ ਹਾਂ, ਬਟ ਉੱਥੇ ਵਰਡ ਕੀ ਲਿਖਿਆ ਹੋਇਆ ਕੁਐਸਚਨ ਦੇ ਵਿੱਚ, ਅਰਨ। ਅਸੀਂ ਕਦੋਂ ਸਮਝਾਂਗੇ ਕਿ ਰੈਵਨਿਊ ਜਨਰੇਟ ਹੋ ਚੁੱਕੀ ਹੈ, ਉਦੋਂ ਸਮਝਿਆ ਜਾਊਗਾ ਜਦੋਂ ਇੱਕ ਸੇਲ ਕੀ ਹੋ ਚੁੱਕੀ ਹੈ, ਸੇਲ ਜਦੋਂ ਇਫੈਕਟ ਹੋਏਗੀ ਤੇ ਨਾਲ ਦੀ ਨਾਲ ਸਾਨੂੰ ਪਤਾ ਲੱਗੇਗਾ ਇਸ ਤੋਂ ਰੈਵਨਿਊ ਕੀ ਹੋਏਗੀ, ਜਨਰੇਟ ਹੋਏਗੀ, ਠੀਕ ਹੈ ਜੀ। ਨੈਕਸਟ ਆ ਕੁਐਸਚਨ ਨੰਬਰ 10, the system of recording transaction based on the dual accept concept। ਉਹ ਤਾਂ ਆਲਰੇਡੀ ਮੈਂ ਦੱਸ ਹੀ ਚੁੱਕਿਆ ਸੀਗਾ ਕਿ ਜੋ ਸਾਡੀ ਦੋਹਰੀ ਪ੍ਰਣਾਲੀ ਚੱਲਦੀ ਹੈ ਜਿਹਨੂੰ ਅਸੀਂ ਡਿਊਲ ਕੰਸੈਪਟ ਬੋਲਦੇ ਹਾਂ। ਲਾਈਕ ਡਿਊਲ ਕੰਸੈਪਟ ਦਾ ਮਤਲਬ ਹੁੰਦਾ ਹੈ ਕਿ ਜੋ ਡੈਬਿਟ ਹੈ, ਠੀਕ ਹੈ, ਉਹ ਸਾਡੇ ਕਿਹਦੀ ਇਕਵਲ ਹੋਣਾ ਜ਼ਰੂਰੀ ਹੈ, ਕ੍ਰੈਡਿਟ ਦੇ ਇਕਵਲ ਹੋਣਾ ਜ਼ਰੂਰੀ ਹੈ। ਇੱਕ ਵੇ ਦੀ ਐਂਟਰੀ ਹੋਣੀ ਚਾਹੀਦੀ, 2 ਵੇ ਐਂਟਰੀ ਹੋਣੀ ਜ਼ਰੂਰੀ ਹੈ। ਉਹਦਾ ਆਨਸਰ ਇੱਕੋ ਹੀ ਚੀਜ਼ ਬਣੇਗੀ, ਡਬਲ ਐਂਟਰੀ ਸਿਸਟਮ, ਜਿਵੇਂ ਕਿ ਤੁਹਾਡੇ ਸਾਹਮਣੇ ਮੈंने ਬੋਲਡ ਵੀ ਕੀਤਾ ਹੈ ਰੈਡ ਲਾਈਨ ਦੇ ਵਿੱਚ। ਤਾਂ ਸਾਡੇ ਵਾਸਤੇ ਆਨਸਰ ਕੀ ਹੈ, ਡਿਊਲ ਐਕਸੈਪਟ ਕੰਸੈਪਟ ਇੱਕ ਟ੍ਰਾਂਜੈਕਸ਼ਨ ਰਿਕਾਰਡ ਕਰਨ ਦਾ ਸਾਧਨ ਹੈ। ਉਸ ਸਿਸਟਮ ਨੂੰ ਅਸੀਂ ਕੀ ਬੋਲਦੇ ਹਾਂ, ਡਬਲ ਐਂਟਰੀ ਸਿਸਟਮ ਬੋਲਦੇ ਹਾਂ, ਠੀਕ ਹੈ ਜੀ। ਕੁਐਸਚਨ ਨੰਬਰ 11th, the accounting equation is based on। ਕਹਿੰਦਾ ਜਿਹੜਾ accounting equation ਹੈ, ਹੁਣ ਓਬਵੀਅਸ ਉਹਦੇ ਵਿੱਚ ਕੀ ਕਰਕੇ ਅਸੀਂ ਡੈਬਿਟ ਇਜ਼ ਇਕੁਅਲ ਟੂ ਕ੍ਰੈਡਿਟ, ਜਿਹੜੀ ਡੈਬਿਟ ਉਹ ਕ੍ਰੈਡਿਟ ਤੇ ਕੀ ਹੋਏਗੀ, ਇਕੁਅਲ ਹੋਏਗੀ।
ਤਾਂ ਅਕਾਊਂਟਿੰਗ ਇਕੁਏਸ਼ਨ ਕਿਸ ਚੀਜ਼ ਉੱਤੇ ਬੇਸਡ ਹੋਏਗੀ? ਗੋਇੰਗ ਕੰਸੈਪਟ ਨਹੀਂ, ਕਿਉਂਕਿ ਇਹਦੇ ਵਿੱਚ ਤਾਂ ਅਸੀਂ ਕਰਦੇ ਹਾਂ ਕਿ ਬਿਜ਼ਨਸ ਨੂੰ ਆਇਡੈਂਟੀਫਾਈ ਕਰਨ ਵਾਸਤੇ ਜਾਂ ਬਿਜ਼ਨਸ ਨੂੰ ਲੌਂਗ ਟਾਈਮ ਚੱਲਣ ਵਾਸਤੇ ਇਹ ਕੰਸੈਪਟ ਵਰਤਿਆ ਜਾਂਦਾ ਹੈ। ਮਨੀ ਮੇਜਰ ਕੰਸੈਪਟ ਨਹੀਂ, ਕਿਉਂਕਿ ਜਿਹੜਾ ਚੀਜ਼ਾਂ ਆਉਂਦੀਆਂ ਨੇ ਅਸੀਂ ਪੈਸੇ ਦੇ ਵਿੱਚ ਤਾਂ ਮੇਜਰ ਕਰਦੇ ਹਾਂ, ਪਰ ਇਕੁਏਸ਼ਨ ਹੈ ਜੋ ਸਾਡੀ ਟ੍ਰਾਂਜੈਕਟ ਕੀਤੀ ਜਾਂਦੀ ਇਸ ਕੰਸੈਪਟ 'ਚ ਨਹੀਂ ਕੀਤੀ ਜਾਂਦੀ। ਫਿਰ ਕਿਹਦੇ ਵਿੱਚ ਕੀਤੀ ਜਾਂਦੀ ਹੈ? ਡਬਲ ਐਂਟਰੀ ਸਿਸਟਮ ਦਾ ਪਾਰਟ ਹੈ, ਉਹ ਸਿਸਟਮ ਨੂੰ ਅਸੀਂ ਕੀ ਬੋਲਦੇ ਹਾਂ? ਡਿਊਲ ਅਸੈਪਟ ਕੰਸੈਪਟ ਬੋਲਦੇ ਹਾਂ। ਠੀਕ ਹੈ ਜੀ। ਨੈਕਸਟ ਆਓ, ਸਾਡਾ ਫਸਟ ਕੁਐਸਚਨ ਹੀ ਸੀ ਜਿਹਦੇ ਤੇ ਆਪਣਾ 12th ਕੁਐਸਚਨ ਬਣਿਆ। ਮੈਂ ਥੋੜਾ ਇਹਨੂੰ ਮੋਲਡ ਕੀਤਾ ਹੈ। ਕਹਿੰਦਾ ਬੈਂਕ ਅਕਾਊਂਟ ਇਜ਼ ਡੈਸ਼ ਅਕਾਊਂਟ। ਬੈਂਕ ਅਕਾਊਂਟ ਸਾਡੇ ਵਾਸਤੇ ਕਿਹੜਾ ਅਕਾਊਂਟ ਹੈ? ਤਾਂ ਓਬਵੀਅਸ ਹੈ, ਤਾਂ ਜਿਹੜਾ ਬੈਂਕ ਅਕਾਊਂਟ ਹੈ ਸਾਡੇ ਵਾਸਤੇ ਪਰਸਨਲ ਅਕਾਊਂਟ ਹੈ। ਤਾਂ ਸਾਡੇ ਵਾਸਤੇ ਫਸਟ ਆਪਸ਼ਨ 'ਚ ਅਸੀਂ ਕਰਕੇ ਸਾਡੇ ਵਾਸਤੇ ਕੀ ਹੈ? ਪਰਸਨਲ ਅਕਾਊਂਟ ਹੈ। ਨੈਕਸਟ ਆਓ, ਪ੍ਰੋਵੀਜ਼ਨ ਫॉर ਡਾਊਟਫੁਲ ਡੈਟ ਅਕਾਊਂਟ ਇਜ਼ ਡੈਸ਼। ਹੁਣ ਕਈਆਂ ਦੇ ਮਾਈਂਡ ਦੇ ਵਿੱਚ ਡਾਊਟ ਹੋਏਗਾ ਕਿ ਬੈਡ ਡੈਟ ਕੀ ਨੇ ਜਾਂ ਫਿਰ ਪ੍ਰੋਵੀਜ਼ਨ ਫॉर ਬੈਡ ਡੈਟ ਕੀ ਨੇ। ਬੈਡ ਡੈਟ ਸਾਡੇ ਵਾਸਤੇ ਇੱਕ ਕਹਿਣ ਦਾ ਮਤਲਬ ਇੱਕ ਲੋਸ ਵੀ ਹੈ, ਇੱਕ ਖਰਚਾ ਵੀ ਹੈ। ਬੈਡ ਡੈਟ ਸਾਡੇ ਵਾਸਤੇ ਹਮੇਸ਼ਾ ਲੋਸ ਹੀ ਹੁੰਦਾ ਹੈ। ਠੀਕ ਹੈ, ਧਿਆਨ ਰੱਖਣਾ। ਬੈਡ ਡੈਟ ਦਾ ਮਤਲਬ ਹੁੰਦਾ ਜੋ ਪੈਸਾ ਡੁੱਬ ਚੁੱਕਿਆ। ਮੈਨੇ ਆਪਣੇ ਡੈਟਰਸ ਜਿਹਦੇ ਮੈਨੇ ਪੈਸੇ ਲੈਣੇ ਸੀ, ਮੈਨੂੰ ਲੱਗਦਾ ਸੀ ਉਹ ਪੈਸੇ ਡੁਬੋਊਗਾ, ਪਰ ਉਹਨੇ ਪੈਸੇ ਡੁਬੋਏ ਨਹੀਂ, ਤਾਂ ਇਟ ਮੀਨ ਕੋ ਬੈਡ ਡੈਟ ਨਹੀਂ ਹੈ। ਜਿਹੜੇ ਪੈਸੇ ਡੁਬੋਤੇ ਮੇਰੇ ਵਾਸਤੇ ਕੀ ਬਣ ਜਾਊਗਾ? ਬੈਡ ਡੈਟ ਬਣ ਜਾਊਗਾ। ਹੁਣ ਉਹਦੇ ਨਾਲ ਦੀ ਮਿਲਦੀ ਹੋਈ ਚੀਜ਼ ਤੁਹਾਡੇ ਸਾਹਮਣੇ ਆਉਂਦੀ ਹੈ ਪ੍ਰੋਵੀਜ਼ਨ ਫॉर ਬੈਡਫੁਲ ਡੈਟ, ਡਾਊਟਫੁਲ ਡੈਟ। ਪ੍ਰੋਵੀਜ਼ਨ ਕੀ ਹੁੰਦੇ ਨੇ? ਮੰਨ ਲਓ ਮੈਨੂੰ ਲੱਗਦਾ ਹੈ ਕੰਪਨੀ, ਬੜੀ ਬੜੀ ਕੰਪਨੀਜ਼ ਨੂੰ ਹੁੰਦਾ ਕਿ ਮੇਰੇ ਫਲਾਣੇ ਡੈਟਰਸ ਤੋਂ ਕੁਝ ਰੁਪਏ ਲੈਣੇ ਨੇ, ਇਹ ਜਿਹੜਾ ਬੰਦਾ ਮੈਨੂੰ ਨਹੀਂ ਪੈਸੇ ਦਿੰਦਾ ਹੋਵੇ ਤਾਂ ਮੈਨੂੰ ਲੱਗਦਾ ਹੈ 5% 10% ਪੈਸਾ ਦੇ ਦੂਗਾ, ਲੇਕਿਨ 5 ਜਾਂ 10% ਮੇਰੇ ਪੈਸੇ ਕੀ ਕਰ ਸਕਦਾ? ਡੁਬੋ ਸਕਦਾ ਹੈ। ਮਤਲਬ ਡੁਬੋ ਸਕਦਾ ਹੈ, 5 ਜਾਂ 10% ਆਪਣੀ ਪਰਸੈਂਟੇਜ ਅਸੀਂ ਕੱਢ ਲੈਂਦੇ ਹਾਂ। ਠੀਕ ਹੈ ਨਾ, ਪੈਸਾ ਡੁੱਬ ਸਕਦਾ ਹੈ। ਜੋ ਕੰਪਨੀ ਦਾ ਇੱਕ ਤਰ੍ਹਾਂ ਦਾ ਪੈਸਾ ਡੁੱਬਿਆ ਨਹੀਂ ਹੈਗਾ, ਪੈਸਾ ਡੁੱਬਿਆ ਨਹੀਂ। ਅਗਰ ਪੈਸਾ ਡੁੱਬ ਜਾਂਦਾ ਤਾਂ ਲੋਸ ਹੈ। ਠੀਕ ਹੈ, ਅਦਰਵਾਈਜ਼ ਅਗਰ ਇਹ ਪੈਸਾ ਨਹੀਂ ਡੁੱਬਿਆ ਤਾਂ ਕੰਪਨੀ ਪਹਿਲਾਂ ਹੀ ਇਹਦਾ ਖਰਚਾ ਕਰ ਦਿੰਦੀ ਹੈ। ਠੀਕ ਹੈ, ਉਸ ਐਕਸਪੈਂਸਿਸ ਵਾਲੇ ਅਕਾਊਂਟ ਨੂੰ ਅਸੀਂ ਕਿਹੜਾ ਅਕਾਊਂਟ ਬੋਲਦੇ ਹਾਂ? ਨੋਮੀਨਲ ਅਕਾਊਂਟ। ਕਿਉਂਕਿ ਅਸੀਂ 3 ਅਕਾਊਂਟਸ ਪੜ੍ਹੇ ਸੀ, ਰੀਅਲ, ਪਰਸਨਲ ਔਰ ਨੋਮੀਨਲ। ਪਰਸਨਲ ਦਾ ਰੂਲ ਅਸੀਂ ਪੜ੍ਹਿਆ ਸੀ ਡੈਬਿਟ ਦਾ ਰਿਸੀਵਰ, ਕ੍ਰੈਡਿਟ ਦਾ ਗਿਵਰ। ਰੀਅਲ ਦਾ ਪੜ੍ਹਿਆ ਸਾਨੇ ਡੈਬਿਟ ਵਟ ਕਮਸ ਇਨ, ਕ੍ਰੈਡਿਟ ਵਟ ਗੋਜ਼ ਆਊਟ। ਔਰ ਨੋਮੀਨਲ ਸਾਨੇ ਕੀ ਪੜ੍ਹਿਆ ਸੀ? ਡੈਬਿਟ ਆਲ ਦੀ ਐਕਸਪੈਂਸਿਸ ਐਂਡ ਲੋਸਿਸ, ਕ੍ਰੈਡਿਟ ਆਲ ਦੀ ਇਨਕਮ ਐਂਡ ਗੇਨ। ਹੁਣ ਮੇਰੇ ਅਕੋਰਡਿੰਗ ਦੋ ਚੀਜ਼ਾਂ ਨੇ, ਬੈਡ ਡੈਟਸ ਲੋਸ ਜਾਂ ਪ੍ਰੋਵੀਜ਼ਨ ਬਾਊਟ ਆਊਟ ਫॉर ਡੈਟ ਇਜ਼ ਲੋਸ ਔਰ ਐਕਸਪੈਂਸਿਸ, ਹੈ ਨਾ। ਤਾਂ ਐਕਸਪੈਂਸਿਵ ਲੋਸ ਵਾਲਾ ਅਕਾਊਂਟ ਸਾਡੇ ਵਾਸਤੇ ਕਿਹੜਾ ਅਕਾਊਂਟ ਸੀ? ਇਟਸ ਨੋਮੀਨਲ ਅਕਾਊਂਟ। ਦਾ ਰੂਲ ਇਜ਼ ਡੈਬਿਟ ਵਟ ਕਮਸ ਇਨ, ਸੌਰੀ ਡੈਬਿਟ ਆਲ ਦੀ ਐਕਸਪੈਂਸਿਸ ਐਂਡ ਲੋਸਿਸ, ਕ੍ਰੈਡਿਟ ਆਲ ਦੀ ਇਨਕਮ ਐਂਡ ਗੇਨ। ਉਸ ਤੋਂ ਬਾਅਦ ਕੁਐਸਚਨ ਨੰਬਰ 14, ਗੁੱਡਵਿਲ ਇਜ਼ ਡੈਸ਼ ਅਕਾਊਂਟ। ਜਿਹੜੀ ਗੁੱਡਵਿਲ ਹੈ, ਇੱਕ ਰੈਪੂਟੇਸ਼ਨ ਹੈ, ਉਹ ਸਾਡੇ ਵਾਸਤੇ ਕੀ ਹੈ? ਪਹਿਲੀ ਗੱਲ ਤਾਂ ਪੇਪਰ 'ਚ ਪੁੱਛ ਲੈਂਦੇ ਨੇ ਗੁੱਡਵਿਲ ਸਾਡੇ ਵਾਸਤੇ ਕੀ ਹੈ? ਇੱਕ ਐਸਿਡਸ ਹੈ। ਐਸਿਡਸ ਕੀ ਅੱਗੇ ਸਾਡੀਆਂ ਦੋ ਟਾਈਪਸ ਦੀ ਹੁੰਦੀਆਂ ਨੇ। ਇੱਕ ਹੁੰਦੀ ਸਾਡੇ ਵਾਸਤੇ ਟੈਂਜੀਬਲ ਐਸਿਡਸ। ਟੈਂਜੀਬਲ ਕਿਹੜੀ ਹੁੰਦੀ ਹੈ? ਵਿਚ ਕੈਨ ਬੀ ਟੱਚ, ਜਿਹਨੂੰ ਅਸੀਂ ਟੱਚ ਕਰ ਸਕਦੇ ਹਾਂ। ਠੀਕ ਹੈ, ਲਾਈਕ ਉਹਨੇ ਮੈਂਸ਼ਨ ਵੀ ਕਰ ਦੇਣਾ, ਜਿਹਨੂੰ ਅਸੀਂ ਟੱਚ ਕਰ ਸਕਦੇ ਹਾਂ। ਲਾਈਕ ਦੂਸਰੀ ਕਿਹੜੀ ਹੁੰਦੀ ਹੈ? ਇੰਟੈਂਜੀਬਲ ਐਸਿਡ। ਇੰਟੈਂਜੀਬਲ ਐਸਿਡ ਮਤਲਬ ਜਿਹਨੂੰ ਅਸੀਂ ਟੱਚ ਹੀ ਨਹੀਂ ਕਰ ਸਕਦੇ, ਬਟ ਹੀਟ ਕੈਨ ਬੀ ਅ ਫੀਲ, ਜਿਹਨੂੰ ਅਸੀਂ ਇਕੱਲਾ ਫੀਲ ਕਰ ਸਕਦੇ ਹਾਂ, ਮਹਿਸੂਸ ਕਰ ਸਕਦੇ ਹਾਂ। ਜਾਂ ਅਨਟੱਚੇਬਿਲਿਟੀ ਹੁੰਦੀ ਸਾਡੇ ਵਿੱਚ, ਜਿਹਨੂੰ ਅਸੀਂ ਛੂ ਹੀ ਨਹੀਂ ਸਕਦੇ। ਠੀਕ ਹੈ, ਤਾਂ ਗੁੱਡਵਿਲ ਉਹਦੇ ਵਿੱਚ ਇੱਕ ਹੈ ਜਿਹਨੂੰ ਅਸੀਂ ਛੂ ਨਹੀਂ ਸਕਦੇ, ਲੇਕਿਨ ਹਾਂ ਉਹਨੂੰ ਮੇਨਟੇਨ ਕਰਨ ਵਾਸਤੇ ਜਾਂ ਅਸੀਂ ਉਹਨੂੰ ਫੀਲ ਕਰਦੇ ਹਾਂ। ਤਾਂ ਓਬਵੀਅਸ ਹੈ ਜਿਹੜਾ ਸਾਡੇ ਵਾਸਤੇ ਐਸਿਡਸ ਹੈ ਗੁੱਡਵਿਲ, ਉਹ ਇੱਕ ਰੀਅਲ ਅਕਾਊਂਟ ਦੇ ਅਕੋਰਡਿੰਗ ਹੈ। ਰੀਅਲ ਅਕਾਊਂਟ ਮਤਲਬ ਜਿਹਦੇ ਵਿੱਚ ਅਸੀਂ ਐਸਿਡਸ ਦੀ ਗੱਲ ਕਰਦੇ ਹਾਂ। ਤੁਹਾਨੇ ਰੀਅਲ ਅਕਾਊਂਟ ਦਾ ਰੂਲ ਮੇਰੇ ਨਾਲ ਕੀਤਾ ਸੀ, ਕਵਰ ਕੀਤਾ ਸੀਗਾ। ਕੀ ਰੂਲ ਕਵਰ ਕੀਤਾ ਸੀਗਾ? ਕਿ ਡੈਬਿਟ ਵਟ ਕਮਸ ਇਨ, ਕ੍ਰੈਡਿਟ ਵਟ ਗੋਜ਼ ਆਊਟ। ਜੋ ਚੀਜ਼ ਆ ਗਈ ਹੈ ਉਹ ਸਾਡੀ ਡੈਬਿਟ ਹੋ ਜਾਏਗੀ, ਜੋ ਚੀਜ਼ ਚਲੀ ਗਈ ਸਾਡੇ ਵਾਸਤੇ ਕੀ? ਉਹ ਕ੍ਰੈਡਿਟ ਹੈ। ਹੁਣ ਗੁੱਡਵਿਲ ਮੇਨਟੇਨ ਕਰਕੇ ਤੁਹਾਡੇ ਪਾਸ ਹੀ ਰੱਖੀ ਹੋਈ ਹੈ, ਤਾਂ ਓਬਵੀਅਸ ਇੱਕੋ ਹੀ ਰੂਲ ਬਣੇਗਾ ਸਾਡੇ ਵਾਸਤੇ ਕੀ ਹੈ? ਰੀਅਲ ਅਕਾਊਂਟ। ਐਸਿਡਸ ਦੋ ਟਾਈਪ ਦੀਆਂ, ਟੈਂਜੀਬਲ ਐਸਿਡਸ, ਠੀਕ ਹੈ, ਔਰ ਇੰਟੈਂਜੀਬਲ ਐਸਿਡਸ। ਇੰਟੈਂਜੀਬਲ ਦੇ ਪਾਰਟ ਦੇ ਵਿੱਚ ਗੁੱਡਵਿਲ ਆ ਜਾਂਦੀ ਹੈ, ਜਿਹਨੂੰ ਅਸੀਂ ਕਦੇ ਵੀ ਕੀ ਨਹੀਂ ਕਰ ਸਕਦੇ? ਟੱਚ ਨਹੀਂ ਕਰ ਸਕਦੇ। ਨੈਕਸਟ ਆਓ 15 ਕੁਐਸਚਨ, ਆ ਪ੍ਰੋਪਰਾਈਟਰ ਡਰਾਇੰਗ ਅਕਾਊਂਟ ਇਜ਼ ਡੈਸ਼ ਅਕਾਊਂਟ। ਹੁਣ ਅਗਰ ਮੈਂ ਗੱਲ ਕਰਾਂ ਤਾਂ ਡਰਾਇੰਗ ਦਾ ਉਲਟਾ ਕੀ ਹੁੰਦਾ ਹੈ? ਕੈਪੀਟਲ। ਠੀਕ ਹੈ, ਕੈਪੀਟਲ ਮਤਲਬ ਹੁੰਦਾ ਹੈ ਜੋ ਪੈਸੇ ਮੈਨੇ ਆਪਣੀ ਜੇਬ ਦੇ ਵਿੱਚ ਕੱਢ ਕੇ ਬਿਜ਼ਨਸ ਵਿੱਚ ਲਗਾਏ ਨੇ, ਇਨਵੈਸਟ ਕੀਤੇ ਨੇ, ਉਹਨੂੰ ਅਸੀਂ ਕੈਪੀਟਲ ਬੋਲਦੇ ਹਾਂ। ਠੀਕ ਹੈ, ਹੁਣ ਡਰਾਇੰਗ ਕੀ ਹੁੰਦੀ ਹੈ? ਜਿਹੜਾ ਪੈਸਾ ਮੈਨੇ ਬਿਜ਼ਨਸ 'ਚ ਲਗਾਇਆ ਸੀ ਉਹਦੇ ਵਿੱਚ ਮੈਨੇ ਕੁਛ ਨਾ ਕੁਛ ਚੀਜ਼ਾਂ ਆਪਣੇ ਪਰਸਨਲ ਯੂਜ਼ ਵਾਸਤੇ ਕੱਢ ਲਈਆਂ। ਮਤਲਬ ਜਿੱਥੇ ਵਰਡ ਆ ਜਾਊਗਾ ਪਰਸਨਲ, ਠੀਕ ਹੈ, ਉੱਥੇ ਕੀ ਚਾਰਜ ਕਰੋਗੇ ਤੁਸੀਂ? ਆਪਣਾ ਡਰਾਇੰਗ। ਡਰਾਇੰਗ ਹਮੇਸ਼ਾ ਸਾਡੇ ਵਾਸਤੇ ਖਰਚੇ ਦੀ ਫਾਰਮ ਦੇ ਵਿੱਚ ਹੁੰਦਾ ਹੈ। ਲੇਕਿਨ ਅਗਰ ਮੈਂ ਗੱਲ ਕਰਾਂ ਬਿਜ਼ਨਸ ਦੇ ਪਰਸਪੈਕਟਿਵ ਤੋਂ, ਹੁਣ ਇੱਥੇ ਗੱਲ ਕੀਤੀ ਗਈ ਹੈ ਪ੍ਰੋਪਰਾਈਟਰ ਕੰਸੈਪਟ ਤੋਂ, ਤਾਂ ਇੱਕ ਅਗਰ ਕੈਪੀਟਲ ਸਾਡੇ ਵਾਸਤੇ ਪਰਸਨਲ ਅਕਾਊਂਟ ਹੋ ਸਕਦੀ ਹੈ, ਤਾਂ ਡਰਾਇੰਗ ਉਹਦਾ ਉਲਟਾ ਹੀ ਹੈ। ਤੇ ਡਰਾਇੰਗ ਵੀ ਸਾਡੇ ਵਾਸਤੇ ਕੀ ਹੋਏਗੀ? ਪਰਸਨਲ ਅਕਾਊਂਟ ਹੋਏਗਾ। ਠੀਕ ਹੈ, ਇਹ ਧਿਆਨ ਰੱਖਣਾ। ਨੈਕਸਟ ਆਓ ਕੁਐਸਚਨ ਨੰਬਰ 16, ਬਹੁਤ ਛੋਟੇ ਛੋਟੇ ਕੁਐਸਚਨ, ਲੇਕਿਨ ਥੋੜਾ ਜਿਹਾ ਨਾ ਕਹਿਣ ਦਾ ਮਤਲਬ ट्रिकी क्वेश्चन ने, घुमाए हुए क्वेश्चन ने। क्वेश्चन नंबर 16, the rule debit what comes in and credit what goes out is applicable। ऑलरेडी तुसी मेरे नाल फर्स्ट वीडियो ਦੇ ਵਿੱਚ 3 ਰੂਲ ਪੜ੍ਹੇ ਸੀ, ਰੀਅਲ, ਪਰਸਨਲ ਔਰ ਨੋਮੀਨਲ। ਠੀਕ ਹੈ, ਪਰਸਨਲ ਦਾ ਰੂਲ ਕੀ ਸੀਗਾ? ਡੈਬਿਟ ਕਮਸ ਇਨ, ਜੋ ਚੀਜ਼ ਡੈਬਿਟ ਦਾ ਰਿਸੀਵਰ,
ਕ੍ਰੈਡਿਟ ਦਾ ਗਿਵਰ। ਉਸ ਤੋਂ ਬਾਅਦ ਰੀਅਲ ਕਾਊਂਟ ਦਾ ਰੂਲ ਕੀ ਸੀ, ਰੀਅਲ ਮਤਲਬ ਜਿਹਨੂੰ ਅਸੀਂ ਛੂ ਸਕਦੇ ਹਾਂ, ਟੱਚ ਕਰ ਸਕਦੇ ਹਾਂ। ਡੈਬਿਟ ਵਰਡ ਕਮਸ ਇਨ, ਕ੍ਰੈਡਿਟ ਵਰਡ ਗੋਜ਼ ਆਊਟ। ਨੋਮੀਨਲ ਅਕਾਊਂਟ ਦਾ ਕੀ ਰੂਲ ਪੜਿਆ ਤੁਹਾਨੂੰ ਮੇਰੇ ਨਾਲ। ਉਸ ਤੋਂ ਬਾਅਦ ਡੈਬਿਟ ਆਲ ਦੀ ਐਕਸਪੈਂਸ ਐਂਡ ਲੋਸਿਸ, ਕ੍ਰੈਡਿਟ ਆਲ ਦੀ ਇਨਕਮ ਐਂਡ ਗੇਨ। ਪਰ ਹੁਣ ਕੁਐਸਚਨ 'ਚ ਕੀ ਪੁੱਛਿਆ ਗਿਆ ਹੈ, ਸਾਰੀ ਚੀਜ਼ਾਂ ਕਿਹੜੀ ਡੈਬਿਟ ਹੋਣਗੀਆਂ, ਜੋ ਚੀਜ਼ਾਂ ਸਾਡੇ ਪਾਸ ਆ ਜਾਣਗੀਆਂ। ਕ੍ਰੈਡਿਟ ਸਾਈਡ ਚੀਜ਼ਾਂ ਕਿਹੜੀ ਹੋਣਗੀਆਂ, ਜੋ ਸਾਰੀ ਚੀਜ਼ਾਂ ਸਾਡੇ ਪਾਸ ਚਲੀ ਜਾਣਗੀਆਂ। ਮਤਲਬ ਕਿ ਚੀਜ਼ਾਂ ਦੀ ਗੱਲ ਕੀਤੀ ਹੈ, ਐਸਿਡਸ ਔਰ ਲਿਬਿਲਿਟੀਜ਼ ਦੀ ਗੱਲ ਕੀਤੀ ਹੈ, ਤਾਂ ਆਉਣ ਔਰ ਜਾਣ ਦੀ ਗੱਲ ਕੀਤੀ ਹੈ, ਤਾਂ ਇੱਕੋ ਹੀ ਅਕਾਊਂਟ ਐਪਲੀਕੇਬਲ ਹੋਏਗਾ, ਰੀਅਲ ਅਕਾਊਂਟ। ਰੀਅਲ ਅਕਾਊਂਟ ਦਾ ਕੀ ਰੂਲ ਸੀਗਾ, ਡੈਬਿਟ ਵਟ ਕਮਸ ਇਨ, ਕ੍ਰੈਡਿਟ ਵਟ ਗੋਜ਼ ਆਊਟ। ਠੀਕ ਹੈ, ਵੈਸੇ ਇਸ PDF ਦੇ ਵਿੱਚ ਮੈंने ਤਿੰਨਾਂ ਦੇ ਅਕਾਊਂਟਸ ਦੀ ਗੱਲ ਕੀਤੀ ਹੈ, ਜਿਸ 'ਚੋਂ ਅੱਜ ਫਸਟ ਰੂਲ ਤੁਹਾਡੇ ਨਾਲ ਕਰਵਾਤਾ, ਅਕਾਊਂਟਸ ਕਰਵਾਤਾ, ਜਿਹਨਾਂ ਅਸੀਂ ਕੀ ਬੋਲਦੇ ਹਾਂ, ਰੀਅਲ ਅਕਾਊਂਟ। ਰੀਅਲ ਅਕਾਊਂਟ ਦਾ ਰੂਲ ਕੀ ਹੁੰਦਾ ਹੈ, ਡੈਬਿਟ ਵਟ ਕਮਸ ਇਨ, ਕ੍ਰੈਡਿਟ ਵਟ ਗੋਜ਼ ਆਊਟ। 17 क्वेश्चन है, परचेज अकाउंट इज डैश अकाउंट। ਹੁਣ ऑब्वियस है, कोई भी अगर एसिड्स परचेज करते हैं, ठीक है, तब एसिड्स से जो आऊगी तो साढ़े वास्ते वो डेबिट होएगी। मतलब कि एसिड्स वाला अकाउंट रीयल अकाउंट है। ਹੁਣ ਇੱਥੇ क्वेश्चन बनता है परचेज अकाउंट। कोई भी ਅਸੀਂ परचेज करते, कोई भी चीज़ है, चाहे कोई भी मशीनरी परचेज करते हैं, ठीक है, वो चीज़ आऊगी, आने वास्ते डेबिट कम्स इन, क्रेडिट वट गोज आउट। ਕਿਹੜਾ ਰੂਲ ਐਪਲੀਕੇਬਲ ਕੀਤਾ ਸੀਗਾ, ਰੀਅਲ ਅਕਾਊਂਟ ਐਪਲੀਕੇਬਲ ਕੀਤਾ ਸੀ। ਠੀਕ ਹੈ ਜੀ। ਨੈਕਸਟ ਬਹੁਤ ਇੰਪੋਰਟੈਂਟ ਕੁਐਸਚਨ, ਕੁਐਸਚਨ ਨੰਬਰ 18, ਇਨ ਬੁੱਕ ਕੀਪਿੰਗ ਪੋਸਟਿੰਗ ਮੀਨਸ। ਧਿਆਨ ਰੱਖਿਓ, ਪਹਿਲਾਂ ਤਾਂ ਅਕਾਊਂਟਿੰਗ ਤੋਂ ਪਹਿਲਾਂ, ਠੀਕ ਹੈ, ਅਕਾਊਂਟਿੰਗ ਇੱਕ ਕਹਿੰਦਾ ਮਤਲਬ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰਨ ਦਾ ਸਾਧਨ ਤਾਂ ਹੈਗੀ ਹੈ, ਲੇਕਿਨ ਅਕਾਊਂਟਿੰਗ ਤੋਂ ਪਹਿਲਾਂ ਇੱਕ ਵਰਡ ਤੁਹਾਡੇ ਸਾਹਮਣੇ ਆਊਗਾ, ਬੁੱਕ ਕੀਪਿੰਗ। ਬੁੱਕ ਕੀਪਿੰਗ ਨੂੰ ਅਸੀਂ ਇੱਕ ਕੱਚੀ ਬੁੱਕ ਵੀ ਲਗਾ ਦਿੰਦੇ ਹਾਂ, ਵੇਸਟ ਬੁੱਕ ਵੀ ਕਹਿ ਸਕਦੇ ਹਾਂ, ਰਿਮੈਂਬਰੈਂਸ ਬੁੱਕ ਵੀ ਕਹਿ ਸਕਦੇ ਹਾਂ। ਹੁਣ ਕਹਿੰਦੇ ਬੁੱਕ ਕੀਪਿੰਗ ਦਾ ਕੰਮ ਕੀ ਹੈ, ਠੀਕ ਹੈ, ਤਾਂ ਫਸਟ ਆਪਸ਼ਨ ਬਣਦੀ ਹੈ ਟੂ ਰਿਕਾਰਡ ਦੀ ਟ੍ਰਾਂਜੈਕਸ਼ਨ ਫਰੋਮ ਜਰਨਲ ਟੂ ਲੈਜਰ, ਕਿ ਇੱਕ ਜਰਨਲ ਤੋਂ ਲੈਜਰ ਬਣਾਉਣ ਦੀ ਟ੍ਰਾਂਜੈਕਸ਼ਨ ਨੂੰ ਅਸੀਂ ਰਿਕਾਰਡ ਕਰਦੇ ਹਾਂ, ਜਾਂ ਫਿਰ ਇਕੱਲੇ ਰਿਕਾਰਡ ਨੂੰ ਕਰਨਾ, ਜਰਨਲ ਨੂੰ ਰਿਕਾਰਡ ਕਰਨਾ ਸਾਡੇ ਵਾਸਤੇ ਕੀ ਟ੍ਰਾਂਜੈਕਸ਼ਨ ਹੈ। ਸੀ ਆਪਸ਼ਨ ਹੈ ਬੋਥ A ਐਂਡ B। ਮੇਰੇ ਅਕੋਰਡਿੰਗ ਤਾਂ ਵੈਸੇ ਅਗਰ ਗੱਲ ਕੀਤੀ ਜਾਵੇ ਤਾਂ ਕਈ ਬੱਚੇ ਦੇ ਮਨ ਦੇ ਵਿੱਚ ਇਹ ਹੋਊਗਾ ਜਿਹੜੀ ਬੁੱਕ ਕੀਪਿੰਗ ਹੈ ਔਰ ਅਕਾਊਂਟਿੰਗ ਹੈ। ਹੁਣ ਤਾਂ ਬੁੱਕ ਕੀਪਿੰਗ ਚਲੋ ਨਹੀਂ ਹੈ, ਅਕਾਊਂਟਿੰਗ ਹੀ ਹੈ, ਤੇ ਅਕਾਊਂਟਿੰਗ ਸਾਰੇ ਪ੍ਰੋਸੈਸ ਨੂੰ ਇਨਵੋਲਵ ਕਰਦੀ ਹੈ। ਜਰਨਲ ਵੀ ਹੁੰਦੀ ਹੈ, ਲੈਜਰ ਵੀ ਹੁੰਦੀ ਹੈ, ਟਰਾਈ ਬੈਲੈਂਸ ਵੀ ਹੁੰਦਾ ਹੈ, ਦੈਨ ਆਫਟਰ ਦਾ ਲਾਸਟ ਸਾਡੀ ਫਾਈਨਲ ਅਕਾਊਂਟਸ ਵੀ ਹੁੰਦੀ ਹੈ। ਮਤਲਬ ਕਿ ਕਲਾਸੀਫਿਕੇਸ਼ਨ ਵੀ ਹੁੰਦੀ ਹੈ, ਪਹਿਲੇ ਰਿਕਾਰਡਿੰਗ ਹੋਏਗੀ, ਫਿਰ ਕਲਾਸੀਫਿਕੇਸ਼ਨ ਹੋਏਗੀ, ਫਿਰ ਸਮਰਾਈਜ਼ਿੰਗ ਹੋਏਗੀ, ਦੈਨ ਉਸ ਤੋਂ ਬਾਅਦ ਅਸੀਂ ਦੁਬਾਰਾ ਤੋਂ ਕੀ ਬਣਾਵਾਂਗੇ, ਸਾਰੀ ਚੀਜ਼ਾਂ ਦਾ ਬੈਲੈਂਸਿੰਗ ਕਰਾਂਗੇ। ਲੇਕਿਨ ਇੱਥੇ ਪੁੱਛਿਆ ਕਿ ਹੈ, ਕੱਲੀ ਫਸਟ ਸਟੇਜ ਦੀ ਗੱਲ ਕੀਤੀ, ਬੁੱਕ ਕੀਪਿੰਗ ਦਾ ਕੰਮ ਕੀ ਹੁੰਦਾ ਹੈ, ਠੀਕ ਹੈ। ਤਾਂ ਓਬਵੀਅਸ ਬੁੱਕ ਕੀਪਿੰਗ ਦਾ ਕੰਮ ਕੀ ਹੋਏਗਾ ਕਿ ਜਿਹੜੀ ਟ੍ਰਾਂਜੈਕਸ਼ਨ ਸਾਡੀ ਜਰਨਲ ਦੇ ਵਿੱਚ ਰਿਕਾਰਡ ਹੋ ਚੁੱਕੀਆਂ ਨੇ, ਉਹਨੂੰ ਦੁਬਾਰਾ ਤੋਂ ਸ਼ਿਫਟਿੰਗ ਕਰ ਦਿੱਤੀ ਜਾਵੇ ਜਾਂ ਦੁਬਾਰਾ ਤੋਂ ਟ੍ਰਾਂਜ਼ੈਕਟ ਕਰ ਦਿੱਤਾ ਜਾਵੇ, ਕਿਹਦੇ ਵਿੱਚ, ਤੁਹਾਡੇ ਆਪਣੇ ਲੈਜਰ ਦੇ ਵਿੱਚ। ਤਾਂ ਆਪਸ਼ਨ ਇੱਕੋ ਹੀ ਬਣੇਗੀ, ਫਸਟ ਆਪਸ਼ਨ ਹੈ ਟੂ ਰਿਕਾਰਡ ਦੀ ਟ੍ਰਾਂਜੈਕਸ਼ਨ ਫਰਮ ਜਰਨਲ ਟੂ ਲੈਜਰ। ਉਸ ਤੋਂ ਬਾਅਦ ਕੁਐਸਚਨ ਨੰਬਰ 19, ਜੋ ਇੱਕ ਰੂਲ ਹੈ ਤੁਹਾਡੇ ਨਾਲ, ਦੀ ਬੇਸਿਕ ਰੂਲ ਆਫ ਬੁੱਕ ਕੀਪਿੰਗ। ਬੁੱਕ ਕੀਪਿੰਗ ਦੇ ਬੇਸਿਕ ਰੂਲ, ਜਿਹਦੇ ਵਿੱਚ ਆਪਾਂ ਰੂਲ ਦੀ ਕਾਊਂਟਸ ਦੀ ਗੱਲ ਕਰਾਂਗੇ। ਡੈਬਿਟ ਦਾ ਰਿਸੀਵਰ, ਹੂ ਇਜ਼ ਦਾ ਰਿਸੀਵਰ, ਦੈਟਸ ਦਾ ਪਰਸਨ। ਕ੍ਰੈਡਿਟ ਦਾ ਗਿਵਰ, ਹੂ ਇਜ਼ ਦੀ ਗਿਵਰ, ਦੈਟ ਇਜ਼ ਦਾ ਪਰਸਨ। ਪਰਸਨਸ ਨੇ, ਮਤਲਬ ਜੋ ਚੀਜ਼ ਅਸੀਂ ਰਿਸੀਵ ਕਰ ਰਹੇ ਹਾਂ, ਮੈਂ ਜੋ ਰਿਸੀਵਰ ਹਾਂ, ਮੇਰਾ ਨਾਮ ਜੋ ਵੀ ਹੈ, ਠੀਕ ਹੈ, ਮੈਂ ਇੱਕ ਰਿਸੀਵਰ ਹਾਂ। ਜੋ ਚੀਜ਼ ਕੋਈ ਬੰਦਾ ਮੈਨੂੰ ਕੋਈ ਚੀਜ਼ ਦੇ ਰਿਹਾ ਹੈ, ਉਸ ਬੰਦੇ ਦਾ ਨਾਮ ਗਿਵਰ ਹੈ। ਪਰਸਨ ਟੂ ਪਰਸਨ ਦੀ ਗੱਲ ਕੀਤੀ ਹੈ ਤਾਂ ਇੱਕੋ ਅਕਾਊਂਟ ਐਪਲੀਕੇਬਲ ਹੋਏਗਾ, ਦੈਟਸ ਕੋਲ ਪਰਸਨਲ ਅਕਾਊਂਟ। ਠੀਕ ਹੈ, ਪਰਸਨਲ ਅਕਾਊਂਟ ਦੀ ਗੱਲ ਕੀਤੀ ਹੈ, ਕਿਉਂਕਿ ਅਗਰ ਮੈਂ ਉਹੀ ਗੱਲ ਕਰਾਂ ਤਾਂ ਅਗਰ ਮੈਂ ਪਿਛਲਾ AL ਕੱਟਦਾ ਤਾਂ ਮੇਰਾ ਪਰਸਨ ਬਣੂਗਾ, ਤਾਂ ਰਿਸੀਵਰ ਉਹ ਵੀ ਹੋਏਗਾ ਜੋ ਬੰਦਾ ਹੋਏਗਾ, ਗਿਵਰ ਉਹੀ ਹੋਏਗਾ ਜੋ ਇੱਕ ਬੰਦਾ ਹੋਏਗਾ। ਤਾਂ ਬੰਦੇ ਵਾਲਾ ਅਕਾਊਂਟ ਕਿਹੜਾ ਅਕਾਊਂਟ ਸੀਗਾ ਸਾਡੇ ਵਾਸਤੇ, ਪਰਸਨਲ ਅਕਾਊਂਟ ਦੀ ਗੱਲ ਕੀਤੀ ਗਈ ਸੀ। ਠੀਕ ਹੈ ਜੀ। ਹੁਣ ਮੇਰੇ ਤੁਸੀਂ ਦੋ ਲੋਟ ਅਕਾਊਂਟਸ ਦੇ ਰੂਲ ਕਵਰ ਕਰ ਚੁੱਕੇ ਹੋ, ਇੱਕ ਰੀਅਲ ਅਕਾਊਂਟ ਦਾ, ਇੱਕ ਪਰਸਨਲ ਅਕਾਊਂਟ ਦਾ। ਲਾਸਟ ਨੂੰ ਤੁਹਾਡੇ ਕੁਐਸਚਨ 20 ਦੇ ਵਿੱਚ ਦੱਸ ਰਹੇ ਹਾਂ ਕਿ ਅਗਲਾ ਰੂਲ ਕਿਹੜਾ ਹੋਏਗਾ, ਡੈਬਿਟ ਆਲ ਦੀ ਲੋਸਿਸ। ਸਾਰੇ ਲੋਸ ਨੂੰ ਕੀ ਕਰ ਦੋ, ਡੈਬਿਟ ਕਰ ਦੋ, ਔਰ ਸਾਰੇ ਇਨਕਮਸ ਨੂੰ ਕੀ ਕਰ ਦੋ, ਜਨਰੇਸ਼ਨ ਨੂੰ ਕ੍ਰੈਡਿਟ ਕਰ ਦੋ। ਹੁਣ ਤੁਹਾਡੇ ਸਾਹਮਣੇ ਖਰਚਾ ਵਾਲਾ ਅਕਾਊਂਟ ਹੈ, ਪ੍ਰੋਫਿਟ ਵਾਲਾ ਅਕਾਊਂਟ ਹੈ, ਲੋਸ ਵਾਲਾ ਅਕਾਊਂਟ ਹੈ, ਤੇ ਖਰਚੇ ਵਾਲੇ ਲੋਸ ਵਾਲਾ ਅਕਾਊਂਟ ਇੱਕੋ ਹੀ ਅਕਾਊਂਟ ਸਾਡੇ ਵਾਸਤੇ ਕਿਹੜਾ ਸੀਗਾ, ਇੱਕ ਨੋਮੀਨਲ ਅਕਾਊਂਟ ਸੀਗਾ। ਠੀਕ ਹੈ ਜੀ। ਨੈਕਸਟ ਕੁਐਸਚਨ ਨੰਬਰ 21, ਵਿਚ ਆਫ ਦੀ ਫਲੋਇੰਗ ਅਕਾਊਂਟਸ ਵਿਲ ਇਨਵੇਰੀਏਬਲੀ ਹੈਵ ਦਾ ਡੈਬਿਟ ਬੈਲੈਂਸ। ਮਤਲਬ ਕੀ ਹੈ, ਇਸ ਕੁਐਸਚਨ 'ਚ ਪੁੱਛਿਆ ਗਿਆ ਹੈ ਕਿ ਕਿਹੜਾ ਅਕਾਊਂਟ ਤੁਹਾਡੇ ਵਾਸਤੇ ਕਦੀ ਵੀ ਚੇਂਜ ਹੋਣ ਵਾਲਾ ਅਕਾਊਂਟ ਨਹੀਂ ਹੈ, ਹਮੇਸ਼ਾ ਉਹਦਾ ਬੈਲੈਂਸ ਜਿਹੜਾ ਹੁੰਦਾ ਡੈਬਿਟ ਬੈਲੈਂਸ ਹੀ ਹੁੰਦਾ ਹੈ। ਤਾਂ ਹੁਣ ਤੁਹਾਡੇ ਸਾਹਮਣੇ ਇੱਕ ਬੈਂਕ ਅਕਾਊਂਟ ਹੈ, ਬੈਂਕ ਅਕਾਊਂਟ ਕ੍ਰੈਡਿਟ ਬੈਲੈਂਸ ਹੀ ਹੁੰਦਾ ਹੈ, ਕਿਉਂਕਿ ਬੈਂਕ ਅਕਾਊਂਟ 'ਚ ਸਾਡੇ ਪਾਸ ਕੈਸ਼ ਅਵੇਲੇਬਲ ਹੈ, ਤਾਂ ਸਾਡੇ ਪਾਸ ਬੈਂਕ 'ਚ ਕੈਸ਼ ਅਵੇਲੇਬਲ ਹੈ, ਤੇ ਬੈਂਕ ਅਕਾਊਂਟ ਡੈਬਿਟ ਹੈ। ਅਦਰਵਾਈਜ਼ ਅਗਰ ਬੈਂਕ ਨੂੰ ਸਾਨੂੰ ਪੈਸੇ ਦੇਣੇ ਤੇ ਬੈਂਕ ਓਵਰਡਰਾਫਟ ਹੈ ਤਾਂ ਕ੍ਰੈਡਿਟ ਹੋ ਗਿਆ। ਠੀਕ ਹੈ। C ਪੁਆਇੰਟ ਅਕਾਊਂਟ ਪੇਬਲ ਹਮੇਸ਼ਾ ਕ੍ਰੈਡਿਟ ਹੁੰਦਾ ਹੈ, ਇਹ ਤਾਂ ਤੁਹਾਨੂੰ ਪਤਾ ਹੀ ਹੈ। ਲੋਨ ਅਕਾਊਂਟ ਜੋ ਲਾਇਬਿਲਿਟੀ ਬਣਦੀ ਹੈ ਹਮੇਸ਼ਾ ਕ੍ਰੈਡਿਟ ਹੀ ਹੁੰਦੀ ਹੈ। ਤਾਂ ਹੁਣ ਤੁਹਾਡੇ ਸਾਹਮਣੇ ਇੱਕ ਅਕਾਊਂਟ ਹੈ, ਅਕਾਊਂਟ ਰਿਸੀਵੇਬਲ ਅਕਾਊਂਟ। ਹੁਣ ਇਹ ਜਿਹੜਾ ਅਕਾਊਂਟ ਰਿਸੀਵੇਬਲ ਹੈ, ਇਹ ਦੋ ਵਰਡ ਤੋਂ ਮਿਲ ਕੇ ਬਣਿਆ। ਇੱਕ ਤਾਂ ਤੁਹਾਡੇ ਇਹਦੇ ਵਿੱਚ ਡੈਟਰਸ ਆ ਜਾਣਗੇ,
ठीक है जी। एक प्लस ਤੁਹਾਡੇ ਦੇ ਵਿੱਚ ਕੌਣ ਆ ਜਾਊਗਾ ਬਿਲ ਰਿਸੀਵੇਬਲ ਆ ਜਾਣਗੇ। ਕਈ ਬੱਚੇ ਪਜ਼ਲ ਹੋ ਜਾਂਦੇ ਨੇ ਕਿ ਅਕਾਊਂਟ ਰਿਸੀਵੇਬਲ ਕੀ ਹੁੰਦਾ ਹੈ, ਇੱਕ ਡੈਟਰਸ ਹੁੰਦੇ ਨੇ ਇੱਕ ਬਿਲ ਰਿਸੀਵੇਬਲ ਹੁੰਦੇ ਨੇ। ਤਾਂ ਅਗਰ ਮੈਂ ਪ੍ਰੋਪਰ ਵਰਡ ਦੀ ਗੱਲ ਕਰਾਂ ਅਕਾਊਂਟ ਰਿਸੀਵੇਬਲ ਇਨਵੇਰੀਏਬਲੀ ਹਮੇਸ਼ਾ ਕੀ ਪਾਇਆ ਜਾਊਗਾ ਡੈਬਿਟ ਬੈਲੈਂਸ ਪਾਇਆ ਜਾਊਗਾ। ਕੁਐਸਚਨ ਨੰਬਰ 22 ਹੁਣ ਇਹ 'ਚ ਕੀ ਪੁੱਛਿਆ ਗਿਆ ਕਿਹੜਾ ਅਕਾਊਂਟ ਹਮੇਸ਼ਾ ਕ੍ਰੈਡਿਟ ਬੈਲੈਂਸ ਪਾਇਆ ਜਾਊਗਾ। ਡਿਸਕਾਊਂਟ ਅਲਾਉਡ ਵੀ ਹੁੰਦਾ ਹੈ, ਡਿਸਕਾਊਂਟ ਰਿਸੀਵ ਵੀ ਹੁੰਦਾ ਹੈ। ਤਾਂ ਡਿਸਕਾਊਂਟ ਕਾਊਂਟ ਦੀ ਗੱਲ ਕੀਤੀ ਗਈ ਹੈ। ਕੈਸ਼ ਕਾਊਂਟ ਕੈਸ਼ ਅਵੇਲੇਬਲ ਹੈ ਤਾਂ ਓਬਵੀਅਸ ਡੈਬਿਟ ਹੀ ਹੋਏਗਾ। ਤਾਂ ਹੁਣ ਇੱਕ ਹੀ ਆਪਸ਼ਨ ਬਚਦੀ ਹੈ ਬੀ ਪੁਆਇੰਟ ਅਕਾਊਂਟ ਪੇਏਬਲ, ਜਿਹਦੇ ਵਿੱਚ ਦੋ ਚੀਜ਼ਾਂ ਰੱਖੀ ਜਾਂਦੀਆਂ ਨੇ। ਉੱਪਰ ਕੀਤਾ ਸੀ ਡੈਟਰਸ ਦਾ ਉਲਟਾ ਤਾਂ ਕ੍ਰੈਡੀਟਰ ਬਣ ਜਾਊਗਾ, ਬਿਲ ਰਿਸੀਵੇਬਲ ਦਾ ਉਲਟਾ ਸਾਡੇ ਵਾਸਤੇ ਕੀ ਬਣ ਜਾਊਗਾ ਬਿਲ ਪੇਏਬਲ ਬਣ ਜਾਊਗਾ। ਤੇ ਇਹਨਾਂ ਦੋਨਾਂ ਦੇ ਫਾਰਮੂਲੇ ਦੇ ਨਾਲ ਇੱਕੋ ਹੀ ਵਰਡ ਸਾਹਮਣੇ ਆਇਆ ਹੈ, ਉਹ ਵਰਡ ਸਾਡੇ ਵਾਸਤੇ ਕੀ ਹੈ ਅਕਾਊਂਟ ਪੇਏਬਲ ਅਕਾਊਂਟ ਹੈ। ਠੀਕ ਹੈ ਜੀ। ਨੈਕਸਟ ਆਓ ਵਿਚ ਆਫ ਦੀ ਫੋਲੋਇੰਗ ਅਕਾਊਂਟ ਓਨਲੀ ਕ੍ਰੈਡਿਟ ਬੈਲੈਂਸ, ਕਿਹੜਾ ਅਕਾਊਂਟ ਹੈ ਜੋ ਸਾਡੇ ਵਾਸਤੇ ਹਮੇਸ਼ਾ ਕ੍ਰੈਡਿਟ ਬੈਲੈਂਸ ਪਾਇਆ ਜਾਂਦਾ ਹੈ। ਅਕਾਊਂਟ ਪੇਏਬਲ ਹਾਂਜੀ ਠੀਕ ਹੈ। ਉਸ ਤੋਂ ਬਾਅਦ ਹਾਂਜੀ ਦਾ ਮਤਲਬ ਤੁਹਾਨੂੰ ਪਤਾ ਹੀ ਲੱਗ ਗਿਆ ਮੈਂ ਕੀ ਕਹੂੰਗਾ ਹੁਣ। ਠੀਕ ਹੈ ਤਾਂ ਇਹ ਆਪਸ਼ਨ ਹੈ ਅਕਾਊਂਟ ਪੇਏਬਲ ਦੇ ਅਕੋਰਡਿੰਗ। ਉਸ ਤੋਂ ਬਾਅਦ ਬੀ ਆਪਸ਼ਨ ਹੈ ਤੁਹਾਡੀ ਮੇਰੇ ਅਕੋਰਡਿੰਗ ਕਿ ਜਿਹੜੀ ਚੀਜ਼ਾਂ ਤੁਹਾਨੇ ਰਿਸੀਵ ਕਰਨੀਆਂ ਨੇ ਮਤਲਬ ਕਿ ਸੈਲਰੀ ਆਊਟਸਟੈਂਡਿੰਗ। ਠੀਕ ਹੈ ਸੈਲਰੀ ਆਊਟਸਟੈਂਡਿੰਗ ਅਗਰ ਸੈਲਰੀ ਪੇ ਕਰਤੀ ਸੁਣ ਲਓ ਧਿਆਨ ਨਾਲ, ਅਗਰ ਸੈਲਰੀ ਪੇ ਕਰਤੀ ਤਾਂ ਓਬਵੀਅਸਲੀ ਸਾਡੇ ਵਾਸਤੇ ਹਮੇਸ਼ਾ ਡੈਬਿਟ ਹੁੰਦੀ ਹੈ ਕਿਉਂਕਿ ਖਰਚਾ ਹੋ ਗਿਆ। ਜੋ ਸੈਲਰੀ ਹਜੇ ਪੇ ਨਹੀਂ ਕੀਤੀ ਡਿਊ ਹੈ, ਠੀਕ ਹੈ, ਅਗਰ ਡਿਊ ਪੇ ਹੈ ਤਾਂ ਉਹ ਹਮੇਸ਼ਾ ਸਾਡੇ ਵਾਸਤੇ ਕੀ ਹੈ ਕ੍ਰੈਡਿਟ ਹੈ। ਉਸ ਤੋਂ ਬਾਅਦ ਕੋਈ ਵੀ ਫੰਡ ਦੀ ਗੱਲ ਕਰਦੇ ਹਾਂ, ਕੋਈ ਵੀ ਜਨਰਲ ਰਿਜ਼ਰਵ ਦੀ ਗੱਲ ਕਰਦੇ ਹਾਂ, ਕਿਸੇ ਵੀ ਪ੍ਰੋਵੀਜ਼ਨ ਦੀ ਗੱਲ ਕਰਦੇ ਹਾਂ, ਕਿਸੇ ਵੀ ਫੰਡ ਦੀ ਗੱਲ ਕਰਦੇ ਹਾਂ, ਇਜ਼ ਆਲਵੇਜ਼ ਓਲਡ ਆ ਕ੍ਰੈਡਿਟ ਬੈਲੈਂਸ। ਠੀਕ ਹੈ ਤਾਂ ਆਪਸ਼ਨ ਇੱਕੋ ਹੀ ਬਣੇਗੀ ਸਾਡੇ ਵਾਸਤੇ ਜੋ ਡੀ ਆਪਸ਼ਨ ਹੈ ਸਹੀ ਆਪਸ਼ਨ ਹੈ ਆਲ ਆਫ ਅਬਵ। ਨੈਕਸਟ ਆਓ क्वेश्चन नंबर 24 जो बहुत इंपॉर्टेंट क्वेश्चन है कैश बुक रिकॉर्ड्स। कहता कि जी कैश बुक है वो की रिकॉर्ड करती है। ट्रांजैक्शन रिकॉर्ड करूगी पहले ही पता है, समरी बनाऊगी ऑलरेडी पता है, पर केड़ी समरी बनाऊगी वैदर द कैश रिसीव चाहे कैश आ गया सिर्फ ओदी एंट्री रिसीव की जाऊगी या कैश पे करता या ओदी एंट्री की जाऊगी। मतलब कि ऑप्शन के अकॉर्डिंग की है ऑल रिसीट्स एंड पेमेंट ऑफ कैश जो सही आंसर है। ठीक है सारी कैश की रिसीविंग डेबिट साइड से की जाती है और सारी कैश की पेमेंट किधर की जाती है क्रेडिट साइड से की जाती है, ये ध्यान रखना। ठीक है उसका बी ऑप्शन है ऑल कैश एंड क्रेडिट सेल, इतने वर्ड आ गया क्रेडिट सेल ऑफ गुड्स तो नहीं होगा कारण कि कैश बुक से रिलेटेड है तो सारिया जो एंट्रियां रिकॉर्ड की जाएगी ट्रांजैक्ट की जाएगी और सिर्फ कि अकॉर्डिंग होणगियां कैश बेस दी होणगियां। ठीक है जी। क्वेश्चन नंबर 25 सेल रिटर्न बुक। ਹੁਣ ਪਹਿਲੀ ਗੱਲ ਤਾਂ ਸੇਲ ਰਿਟਰਨ ਬੁੱਕ ਨੂੰ ਅਸੀਂ ਕਿਹੜੀ ਦੂਸਰੀ ਨਾਮ ਨਾਲ ਬੋਲਦੇ ਅਕਾਊਂਟਿੰਗ ਦੇ ਵਿੱਚ ਤਾਂ ਓਬਵੀਅਸ ਹੈ ਇਹਨੂੰ ਅਸੀਂ ਕੀ ਬੋਲਦੇ ਆ ਰਿਟਰਨ ਇਨਵਰਡ ਬੋਲਦੇ ਆ। ਰਿਟਰਨ ਇਨਵਰਡ ਕੀ ਹੁੰਦਾ ਹੈ ਕਿ ਵਿਕਿਆ ਹੋਇਆ ਮਾਲ ਵਾਪਿਸ ਆ ਗਿਆ, ਰਿਟਰਨਿੰਗ ਹੋ ਗਈ ਵਿਕੇ ਹੋਏ ਮਾਲ ਦੀ ਜਿਹੜੀ ਗੁੱਡਸ ਨੇ ਸੋਲਡ ਕੀਤੀਆਂ ਉਸਦੀ ਰਿਟਰਨਿੰਗ ਹੋ ਗਈ ਹੈ। ਤਾਂ ਹੁਣ ਆਪਸ਼ਨ ਕੀ ਹੈ ਜੋ ਸਾਡੇ ਵਾਸਤੇ ਫਸਟ ਆਪਸ਼ਨ 'ਚ ਸਾਡਾ ਆਨਸਰ ਲਾਈ ਕਰਦਾ ਹੋਇਆ ਤਾਂ ਆਪਸ਼ਨ ਕੀ ਹੈ ਸਾਡੇ ਵਾਸਤੇ ਰਿਟਰਨ ਆਫ ਕੈਪੀਟਲ ਗੁੱਡਸ, ਜਿਹਦੇ ਵਿੱਚ ਚੀਜ਼ਾਂ ਵਾਪਿਸ ਆ ਜਾਂਦੀਆਂ ਵਿਕੀ ਹੋਈ ਚੀਜ਼ਾਂ ਉਸ ਵਰਡ ਨੂੰ ਅਸੀਂ ਕੀ ਬੋਲਦੇ ਹਾਂ ਸੇਲ ਰਿਟਰਨ ਬੁੱਕ ਦੇ ਵਿੱਚ ਰਿਟਰਨ ਇਨਵਰਡ ਬੋਲਦੇ ਹਾਂ। ਸੇਲ ਹਮੇਸ਼ਾ ਕੀ ਹੁੰਦੀ ਹੈ ਕ੍ਰੈਡਿਟ ਹੁੰਦੀ ਹੈ, ਇਹ ਤਾਂ ਸਾਨੂੰ ਸਭ ਨੂੰ ਪਤਾ ਹੈ, ਪਰ ਸੇਲ ਰਿਟਰਨ ਹਮੇਸ਼ਾ ਕੀ ਕਰਦੇ ਹੁੰਦੇ ਆਪਾਂ ਡੈਬਿਟ ਕਿਉਂਕਿ ਇਹਦੀ ਆਪੋਜ਼ਿਟ ਸੈਂਸ ਵਿੱਚ ਰਿਟਰਨ ਇਨਵਰਡ ਹਮੇਸ਼ਾ ਕੀ ਬਣ ਜਾਂਦੀ ਹੈ ਡੈਬਿਟ ਬਣ ਜਾਂਦੀ ਹੈ। ਨੈਕਸਟ ਆਓ ਕੁਐਸਚਨ ਨੰਬਰ 26 ਆ ਬਿਜ਼ਨਸ ਹੈਜ਼ ਐਸਿਡਸ। ਹੁਣ ਦੇਖੋ ਧਿਆਨ ਨਾਲ ਬਿਜ਼ਨਸ ਦੇ ਵਿੱਚ ਜੋ ਸਾਡੀ ਐਸਿਡਸ ਨੇ ਚਲੋ ਉਹਦੇ ਨੂਮੈਰੀਕਲ ਕੁਐਸਚਨ ਆ ਗਿਆ ਤਾਂ ਐਸਿਡ ਸਾਡੀ ਕਿੰਨੀ ਬਣ ਗਈਆਂ 20,000 ਦੀਆਂ। ਉਸ ਤੋਂ ਬਾਅਦ ਐਂਡ ਦੀ ਓਨਰਸ ਇਕੁਇਟੀ ਦੈਟਸ ਕੋਲ ਆ ਕੈਪੀਟਲ ਜੋ ਸਾਡੇ ਵਾਸਤੇ ਇਕੁਇਟੀ ਦਾ ਪਾਰਟ ਕਰਦੀ ਹੈ ਤਾਂ ਕੈਪੀਟਲ ਮੇਰੇ ਵਾਸਤੇ ਕਿੰਨੀ ਦੀ ਹੈ 8,000 ਦੀ ਹੈ। ਪੁੱਛ ਕੇ ਰਿਹਾ ਕੁਐਸਚਨ ਦੇ ਵਿੱਚ ਵਟ ਇਜ਼ ਦ ਅਮਾਊਂਟ ਆਫ ਲਿਬਿਲਿਟੀ ਦੀ ਅਮਾਊਂਟ ਦੱਸੋ ਕਿੰਨੀ ਬਣੇਗੀ। ਤਾਂ ਤੁਸੀਂ ਮੇਰੇ ਨਾਲ ਇੱਕ ਕੁਐਸਚਨ ਕਰਕੇ ਆਏ ਸੀਗੇ ਜਿਹਦੇ 'ਚ ਆਪਾਂ ਫਾਰਮੂਲਾ ਕੀਤਾ ਸੀ ਐਸਿਡਸ ਇਕੁਅਲ ਟੂ ਕੈਪੀਟਲ ਪਲੱਸ ਇੱਕ ਲਿਬਿਲਿਟੀ ਕੀਤੀ ਸੀ। ਹੁਣ ਕੁਐਸਚਨ ਦੇ ਅਕੋਰਡਿੰਗ ਮੈਨੂੰ ਐਸਿਡਸ ਵੀ ਪਤਾ ਹੈ ਕਿੰਨੇ ਦੀਆਂ ਨੇ 20,000 ਦੀਆਂ, कैपिटल भी पता है जो 8,000 ਦੀਆਂ ਨੇ प्लस लिबिलिटी की गल की गई है तो ओबवियस है ਜਿਹੜਾ प्लस का साइन है इधर की बन जाएगा वो माइनस का साइन बन जाएगा तो माइनस 8,000 इज इक्वल टू लिबिलिटी दैन लिबिलिटी इज इक्वल टू कितनी आ जाएगी थोड़ी अपनी 12,000 तो किन्ने रुपये की आ जाएगी वो थोड़ी अपनी 12,000 की। तो ऑप्शन के अकॉर्डिंग जो साडा आंसर बनता वही बनता है कि ਜਿਹੜਾ आंसर है साडे वास्ते 12,000 बनेगा। कारण की है क्वेश्चन वाले ने दो रूट दिते ने एक एसिड्स ਦਿੱਤੀਆਂ दूजी की देती थोड़ी कैपिटल देती तो फॉर्मूला तीनों के कोई भी एक फॉर्मूला कंस्ट्रक्ट तुम लगा सकते हो। ठीक है जिस कारण थोड़ा आंसर पता लगेगा तो आंसर की है थोड़े वास्ते अपना 12,000 एसिड इज इक्वल टू लिबिलिटी प्लस कैपिटल। ठीक है क्वेश्चन नंबर 27 कैश सेल इज रिकॉर्डेड इन हुण कैश बेचे है उपर करके आए क्वेश्चन कैश जी एंट्री है जी कोई भी कैश रिसीव करते हैं
ये कोई भी कैश ਅਸੀਂ ਪੇ ਕਰਦੇ ਆ ਤਾਂ ਉਹਦੇ ਵਿੱਚ ਇੱਕੋ ਹੀ ਬੁੱਕ ਬਣਦੀ ਹੈ ਕੈਸ਼ ਬੁੱਕ ਹੈ ਨਾ। ਤਾਂ ਹੁਣ ਦੇਖੋ ਕਿ ਇਹਦੇ ਵਿੱਚ ਅਸੀਂ ਵੇਚਿਆ ਸੀ ਤੇ ਨਗਦ ਵੇਚਿਆ ਸੀ ਤਾਂ ਆਪਸ਼ਨ ਦੇ ਅਕੋਰਡਿੰਗ ਦਿੱਤਾ ਹੋਇਆ ਆਨਸਰ ਹੈ ਕੈਸ਼ ਬੁੱਕ। ਤਾਂ ਕੈਸ਼ ਬੁੱਕ ਹੀ ਤੁਹਾਡੇ ਵਾਸਤੇ ਕੀ ਹੈ कैश सेल ये कैश परचेज की एंट्री की करेगा ट्रांजैक्ट करूगा ट्रांजैक्शन करूगा। ठीक है जी। नेक्स्ट हो क्वेश्चन नंबर 28। क्वेश्चन नंबर 28 की कहते हैं इफ स्टॉक्स वाज 10,000 अगर कोई माल है थोड़े पास चाहे वो वर्किंग प्रोग्रेस के विच पे है चाहे रॉ मटेरियल पे है चाहे फिनिश गुड्स पे ने दैट हैज़ बीन इंश्योर्ड जो हजे तक इंश्योरेंस नहीं हुई इंश्योर्ड नहीं होया इस डिस्ट्रॉयड बाय फायर उन्होंने की लग चुकी है अग लग चुकी है द अकाउंटिंग एंट्री इज देखो थोड़े सामने जे 10,000 है अगर इंश्योरेंस ही नहीं होया वै इट मीन को सारा जल चुकिया है ना जल चुकिया तो ध्यान रखिए ऑप्शन के अकॉर्डिंग किहड़ी चीज़ां बनदियां ने। तो फर्स्ट क्वेश्चन देखो जो लॉस है तो असं लॉस साडे वास्ते किहड़ा अकाउंट बनता सीगा नॉमिनल अकाउंट बनता सी। नॉमिनल अकाउंट का रूल की बनता सी डेबिट ऑल द लॉसिस एंड द एक्सपेंसिस। लॉस हो गया 10,000 का लॉस हो गया तो इत्थे एंट्री बन जूगी स्टॉक बाय फायर यानी कि अग लग चुकी है स्टॉक बाय फायर जिन्होंने असं की बोलते हैं एक लॉस का पॉइंट बोलते हैं। दैन इतने मैं मैंशन भी कर देना प्रॉफिट एंड लॉस अकाउंट। टू किनू अग लगी है किसी गुड्स नू अग लगी है फायर हो गई है फायर ब्रेकआउट हो चुकी है तो अग लगी है इट मीन के परचेज अकाउंट मतलब जिस समान साने परचेज किया तो परचेज हमेशा डेबिट होंगी है। लाइक इतने स्टॉक नू जल चुकिया तो परचेज साडी घट गई जी परचेज पहले वधी भी उसनू डेबिट किया जी परचेज हुण घटी उन्होंने असीं की किया क्रेडिट किया। तो परचेज ਦੇ ਅਕੋਰਡਿੰਗ ਆਪਸ਼ਨ ਦੇਖ ਲਓ ਕਿਹੜੀ ਬਣਦੀ ਹੈ। फर्स्ट ऑप्शन है प्रॉफिट एंड लॉस अकाउंट डेबिट ठीक है बनता है स्टॉक बाय फायर अकाउंट डेबिट ठीक है। टू ट्रेडिंग अकाउंट इतने ऑप्शन है ट्रेडिंग कारण की है क्योंकि परचेज और सेल का काम किन्ना का होंगे ट्रेडिंग का होंगे तो ऑप्शन साडी यही बनूगी प्रॉफिट एंड लॉस अकाउंट डेबिट टू ट्रेडिंग अकाउंट या परचेज अकाउंट। बी ऑप्शन भी देख लेने स्टॉक अकाउंट डेबिट 10,000 टू ट्रेडिंग अकाउंट नहीं गलत है क्योंकि स्टॉक अकाउंट तो लिख ही नहीं सकते स्टॉक्स कड़ा साढ़े पास आया है ठीक है स्टॉक तो जल चुके हैं ठीक है। उसका सेकंड है थर्ड वन है ट्रेडिंग अकाउंट टू स्टॉक अकाउंट ये तो बहुत ज़्यादा गलत ही लिखा हुआ है क्योंकि लॉस का इंश्योरेंस नहीं सानू मिलिया ठीक है। अगर इंश्योरेंस मिल जाता तो एंट्री इस वे ना किसी होर तरीके पै सकती सी बट अगर एंट्री की इंश्योर सानू कोई स्टॉक का इंश्योरेंस ही रिकवर नहीं होया तो सारा की बन जाएगा लॉस। तो लॉस वास्ते एक ही एंट्री है स्टॉक या लॉस बाय फायर अकाउंट डेबिट टू परचेज अकाउंट या फिर लिख सकते हो क्वेश्चन के अकॉर्डिंग परचेज अकाउंट सॉरी प्रॉफिट एंड लॉस अकाउंट डेबिट टू ट्रेडिंग अकाउंट। क्वेश्चन नंबर 29 कहता की है वट इज अकाउंटिंग एंट्री रिक्वायर्ड फॉर इशूइंग अ परचेज ऑर्डर। हुण इत्थे वर्ड की आ गया परचेज ऑर्डर मैंने कोई ऑर्डर किया सीगा ठीक है 10,000 का किनू ऑर्डर किया सीगा ए साहे नू किया सीगा तो एक पर्टिकुलर बंदे का नाम दिता हुआ है तो कहते दसो तुसी अकाउंटिंग एंट्री की पास करोगे। पहली गल तो जिहड़ी एंट्री असीं रिकॉर्ड करते हैं सिर्फ वही एंट्री रिकॉर्ड की जाती है वैदर टू बी परचेज या जो परचेज की होगी या वैदर टू बी सेल जो सेल की होगी या फिर किसी एंट्री में एडवांस दे आए हैं या फिर किसी एंट्री का एडवांस आ चुके हैं ठीक है। तो इतने ना ही एडवांस की कितने गल की क्वेश्चन के ना ही इतने परचेज और सेल की गल की है तो इतने गल कादी की सिर्फ ऑर्डर की गल की है। ऑर्डर इशू करता ठीक है 10,000 का ऑर्डर दिता है आया नहीं गया नहीं एडवांस आया नहीं एडवांस दिता नहीं तो इट मीन कि ऑर्डर की कादी एंट्री होगी ऑर्डर की कोई एंट्री नहीं होंगी जिमें कि ऑप्शन के अकॉर्डिंग फर्स्ट ऑप्शन लिखी हुई है परचेज अकाउंट डेबिट टू कैश ना ही परचेजिंग हुई है कैश की तो गल ही नहीं की। बी पॉइंट परचेज ऑर्डर अकाउंट डेबिट टू एस आ है तो गिवर तो एस आ हो ही नहीं सकता क्योंकि सिर्फ अजे ऑर्डर है तो ऑर्डर रिप्लेस किया है तो एस आए तो ये गिवर हो ही नहीं सकता कारण कि उन्होंने तो कैश जाऊगा। उस तो बाद सी ऑप्शन है परचेज ऑर्डर अकाउंट डेबिट टू एस आ है तो सेम ऑप्शन ही पाई गई है। तो डी ऑप्शन नन ऑफ दीज ध्यान रखियो क्योंकि जो भी कोई ऑर्डर जाता है या ऑर्डर असीं रिसीव करते हैं तो ऑर्डर की कोई भी एंट्री रिकॉर्ड नहीं की जाती। अगर बेचा होंदा तो रिकॉर्ड सी सेल किया मतलब परचेज किया होंदा तो रिकॉर्ड सी एडवांस दिता होंदा तो रिकॉर्ड सी एडवांस आया होंदा तो रिकॉर्ड सी लेकिन परचेज ऑर्डर की कोई भी एंट्री असीं ट्रांजैक्ट नहीं करांगे ठीक है। क्वेश्चन नंबर 30 क्वेश्चन नंबर 30 लास्ट क्वेश्चन है जो बहुत इंपॉर्टेंट है रिसीट्स ऑफ ₹2500 फ्रॉम कमल। कमल तो मैंने 2500 रुपये की रिसीविंग ले ली या कमल ने मेरे 2500 रुपये देने सी वो मैंने दे गया ठीक है। आ डेटर ओबवियस मैंने लैने सी तो कमल मेरे वास्ते डेटर सी हैज़ नॉट बीन रिकॉर्डेड इन द बुक्स वो बुक्स च किते रिकॉर्ड नहीं की गई ना ही जर्नल च की है ना ही वो लैजर च की है ना ही वो ट्रायल बैलेंस च की है ना ही वो एंट्री की फाइनल अकाउंट की है। द प्रॉफिट वुड शो कहता प्रॉफिट होगा कि लॉस होगा
तो अगर एंट्री नहीं रिकॉर्ड की तो ऑब्वियसली ना ही वो डेबिट साइड से शो होएगा, ना ही वो क्रेडिट साइड से शो होएगा, ना ही एंट्री जर्नल चाहिए, ना ही एंट्री कोई लेजर ਦੇ ਵਿੱਚ ਆਈ ਹੈ। ਤੇ ਆਨਸਰ ਕੀ ਹੈ? ਨੀਦਰ ਇੰਕਰੀਜ਼, ਨਾ ਹੀ ਉਹ ਇੰਕਰੀਜ਼ ਹੋਊਗਾ ਨਾ ਹੀ ਉਹ ਡਿਕਰੀਜ਼ ਹੋਊਗਾ। ਮਤਲਬ ਸਾਰੇ ਅਕਾਊਂਟਸ ਕੀ ਰਹਿਣਗੇ? ਬੈਲੈਂਸ ਹੋਣਗੇ। ਇਹ ਜਿਹੜੀ ਐਂਟਰੀ ਹੈ ਇਹ ਅਨਰਿਕਾਰਡਡ ਐਂਟਰੀ ਹੈ, ਕਿਉਂਕਿ ਇਹ ਰਿਕਾਰਡ ਹੀ ਨਹੀਂ ਕੀਤੀ ਗਈ। ਜਦੋਂ ਆਏ ਸੀ ਪੈਸੇ ਤੇ ਰਿਕਾਰਡ ਕਰਨੇ ਸੀ ਤਾਂ ਪ੍ਰੋਫਿਟ ਇੰਕਰੀਜ਼ ਹੋ ਸਕਦਾ ਸੀ, ਜਾਂ ਈਵਨ ਕਿ ਜੋ ਵੀ ਐਂਟਰੀ ਹੁੰਦੀ ਉਸ ਟਾਈਮ 'ਚ ਡਿਕਰੀਜ਼ ਵੀ ਹੋ ਸਕਦਾ ਸੀ। ਲੇਕਿਨ ਹੁਣ ਐਂਟਰੀ ਰਿਕਾਰਡ ਹੀ ਨਹੀਂ ਕੀਤੀ ਗਈ, ਅਨਰਿਕਾਰਡਡ ਐਂਟਰੀ ਹੈ, ਤਾਂ ਕਿਸੇ ਵੀ ਅਕਾਊਂਟ ਨੂੰ ਕੀ ਨਹੀਂ ਕਰ ਸਕਦਾ? ਕੰਪਨਸੇਟ ਨਹੀਂ ਕਰ ਸਕਦਾ। ਕੰਪਨਸੇਟ ਮਤਲਬ ਉਹਨੂੰ ਨਲੀਫਾਈ ਨਹੀਂ ਕਰ ਸਕਦਾ। ਠੀਕ ਹੈ, ਤੇ ਇਸ ਕਰਕੇ ਅਸੀਂ ਕੀ ਕਰਾਂਗੇ? ਨਾ ਹੀ ਇਹ ਇੰਕਰੀਜ਼ ਹੋ ਸਕਦਾ ਔਰ ਨਾ ਹੀ ਕੀ ਹੋ ਸਕਦਾ? ਇਹ ਡਿਕਰੀਜ਼ ਹੋ ਸਕਦਾ। ਕੁਐਸਚਨ ਨੰਬਰ 31, ਆ ਕ੍ਰੋਨੋਲੋਜੀਕਲ ਰਿਕਾਰਡ। ਹੁਣ ਅਗਰ ਮੈਂ ਕ੍ਰੋਨੋਲੋਜੀਕਲ ਦੀ ਗੱਲ ਕਰਾਂ ਤੈਨੂੰ ਅਸੀਂ ਬੋਲਦੇ ਹਾਂ ਵੈਨ ਦਾ ਆਰਡਰ ਇਜ਼ ਟੂ ਬੀ ਅਕਰਡ। ਠੀਕ ਹੈ, ਜਦੋਂ ਵੀ ਕੋਈ ਐਂਟਰੀ ਹੁੰਦੀ ਹੈ ਜਾਂ ਕੋਈ ਵੀ ਐਂਟਰੀ ਹੈਪਨ ਹੁੰਦੀ ਹੈ, ਮਤਲਬ ਕਿ ਹੈਪਨਿੰਗ ਮਤਲਬ ਜੋ ਵੀ ਕੋਈ ਘਟਨਾ ਵਾਪਰਦੇ ਇਵੈਂਟ ਅਕਰ ਹੁੰਦਾ ਤੁਹਾਨੂੰ ਅਸੀਂ ਬੋਲਦੇ ਕ੍ਰੋਨੋਲੋਜੀਕਲ ਆਰਡਰ। ਜਾਂ ਫਿਰ ਉਹ ਡੇਟ ਵਾਈਜ਼ ਹੋ ਸਕਦਾ, ਜਾਂ ਫਿਰ ਮੰਥ ਵਾਈਜ਼ ਹੋ ਸਕਦਾ, ਜਾਂ ਫਿਰ ਈਅਰ ਵਾਈਜ਼ ਹੋ ਸਕਦਾ। ਤਾਂ ਸਭ ਤੋਂ ਪਹਿਲਾਂ ਜਿਹੜੀ ਐਂਟਰੀ ਦੀ ਰਿਕਾਰਡਿੰਗ ਕੀਤੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਇੱਕੋ ਹੀ ਬੁੱਕ ਸਾਹਮਣੇ ਆਉਂਦੀ ਹੈ। ਉਸ ਬੁੱਕ ਦਾ ਨਾਮ ਕੀ ਹੈ? ਜਰਨਲ। ਬੈਲੈਂਸ ਸ਼ੀਟ ਤਾਂ ਬਹੁਤ ਬਾਅਦ ਦੇ ਵਿੱਚ ਹੈ, ਟਰਾਇਲ ਬੈਲੈਂਸ ਲੈਜਰ ਤੋਂ ਬਾਅਦ ਹੈ, ਲੈਜਰ ਜਰਨਲ ਤੋਂ ਬਾਅਦ ਹੈ। ਤਾਂ ਇਟ ਮੀਨ ਕਿ ਸਭ ਤੋਂ ਪਹਿਲੇ ਐਂਟਰੀ ਜਿਹੜੀ ਕ੍ਰੋਨਿਕਲ ਆਰਡਰ ਦੇ ਵਿੱਚ ਰਿਕਾਰਡ ਕੀਤੀ ਜਾਊਗੀ ਉਹ ਸਭ ਤੋਂ ਇੱਕ ਪਹਿਲਾਂ ਬੇਸਡ ਬੁੱਕ 'ਚ ਰਿਕਾਰਡ ਕੀਤੀ ਜਾਂਦੀ ਹੈ, ਜਰਨਲ 'ਚ ਰਿਕਾਰਡ ਕੀਤੀ ਜਾਂਦੀ ਹੈ। ਉਸ ਚੀਜ਼ ਨੂੰ ਲੈ ਕੇ ਕਿ ਐਂਟਰੀ ਡੇਟ ਵਾਈਜ਼ ਰਿਕਾਰਡ ਕਰਨੀ ਹੈ। ਜਦੋਂ ਇਵੈਂਟਸ ਕੋਈ ਵੀ ਹੈਪਨ ਹੋਏਗਾ, ਅਕਰ ਹੋਏਗਾ, ਤਾਂ ਉਸ ਟਾਈਮ ਸਭ ਤੋਂ ਪਹਿਲੀ ਐਂਟਰੀ ਕਿਹਦੇ 'ਚ ਕੀਤੀ ਜਾਊਗੀ? ਜਰਨਲ 'ਚ ਕੀਤੀ ਜਾਊਗੀ। ਠੀਕ ਹੈ, ਹਾਂਜੀ। ਤੁਹਾਡੇ ਸਾਹਮਣੇ ਬੇਟੇ ਆ ਛੋਟੀ ਕਲਾਸ ਸੀਗੀ ਜੋ ਇੱਕ ਬੇਸਿਕ ਕਾਊਂਟਿੰਗ ਦੇ ਬੇਸ 'ਤੇ ਸੀ। ਅਗਰ ਫਿਰ ਵੀ ਕਿਸੇ ਬੱਚੇ ਨੂੰ ਕੋਈ ਡਾਊਟ ਹੈ ਤਾਂ ਇਸ ਕੰਟੈਕਟ ਨੰਬਰ 'ਤੇ ਉਹ ਆਪਣੇ ਕੋਈ ਵੀ ਡਾਊਟ ਕਲੀਅਰ ਕਰ ਸਕਦਾ। ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇੱਕ WhatsApp ਦਾ ਕਾਮਰਸ ਵਾਲੇ ਸਟੂਡੈਂਟਸ ਦਾ, ਠੀਕ ਹੈ, ਜੋ ਸਿੰਸੀਅਰ ਬੇਸ 'ਤੇ ਪੜ੍ਹਨਾ ਚਾਹੁੰਦੇ ਨੇ ਉਹ ਆਪਣਾ ਗਰੁੱਪ ਜੁਆਇਨ ਕਰ ਸਕਦੇ ਨੇ। ਫ੍ਰੀ ਆਫ ਕੋਸਟ ਤੁਹਾਡਾ ਇਹ ਗਰੁੱਪ ਹੈ, ਲੇਕਿਨ ਜੋ ਲੈਕਚਰਸ ਨੇ ਉਹ ਤੁਹਾਨੂੰ ਬਾਅਦ ਦੇ ਵਿੱਚ ਡਿਲੀਵਰ ਹੋਣਗੇ। ਠੀਕ ਹੈ, ਸਿਰਫ ਉਹਨਾਂ ਵਾਸਤੇ ਬਣਾਇਆ ਗਿਆ ਗਰੁੱਪ ਜਿਨ੍ਹਾਂ ਬੱਚਿਆਂ ਦਾ ਕੋਈ ਨਾ ਕੋਈ ਡਾਊਟ ਹੈ। ਠੀਕ ਹੈ ਜੀ, ਅਗਰ ਕੋਈ ਵੀ ਪ੍ਰੋਬਲਮ ਹੈ ਤਾਂ ਤੁਸੀਂ ਇਸ ਕੰਟੈਕਟ ਨੰਬਰ ਦੇ ਉੱਤੇ ਆਪਣਾ ਕੋਈ ਵੀ ਡਾਊਟ ਕੀ ਕਰ ਸਕਦੇ ਹੋ? ਕਲੀਅਰ ਕਰ ਸਕਦੇ ਹੋ। ਥੈਂਕ ਯੂ ਸੋ ਮਚ।